हाँ जी ਵੀਰ ਜੀ। ठीक है ते ਅੱਜ ਦੀ ਵਿਚਾਰ ਤੁਸੀਂ ਸ਼ੁਰੂ ਕਰੋ। ਹਾਂਜੀ ਵੀਰ ਜੀ। ਹਾਂਜੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਆਪਾਂ ਸਾਰੰਗਵਾਰ ਦੀ ਪੌੜੀ ਦੀ 12ਵੀਂ ਪੌੜੀ ਦੀ ਵਿਚਾਰ ਕਰਾਂਗੇ ਜੀ। ਉਸ ਤੋਂ ਪਹਿਲਾਂ 2 ਸ਼ਲੋਕ ਹੈਗੇ। ਤੋ ਇਸ ਪੌੜੀ ਦੇ ਵਿੱਚ 4 ਪੌੜੀਆਂ ਮੰਨਣ ਦੀਆਂ ਹੈਗੀਆਂ। ਆਪਾਂ ਅੱਜ ਚੌਥੀ ਪੌੜੀ ਅਖੀਰਲੀ ਕਰ ਰਹੇ ਹਾਂ। ਮੰਨਣਾ ਕਿਵੇਂ ਆ, ਨਾਮ ਨੂੰ ਕਿਵੇਂ ਮੰਨਣਾ, ਨਾਮ ਨੂੰ ਮਨ ਵਿੱਚ ਕਿਵੇਂ ਵਸਾਉਣਾ। ਤੋ ਉਹਦੇ ਵਿੱਚ ਇਹ ਦੱਸਿਆ ਹੋਇਆ ਕਿ ਤੇਰਾ ਨਾਮ ਅਸੀਂ ਕਿਵੇਂ ਵਸਾਈਏ, ਉਸ ਨੂੰ ਇਹ ਮਹੱਲਿਆਂ ਵਿੱਚ ਦੱਸਿਆ ਹੋਇਆ ਗਾ। ਤੇ ਪੌੜੀ ਵਿੱਚ ਦੱਸਿਆ ਹੋਇਆ ਕਿ ਨਾਮ ਨੂੰ ਜਦੋਂ ਮੰਨਿਆ, ਮਤਲਬ ਨਾਮ ਨੂੰ ਮਨ ਵਿੱਚ ਵਸਾ ਲਿਆ, ਅਨੁਭਵ ਹੋ ਗਿਆ, ਉਹਦੇ ਨਾਲ ਕੀ ਕੀ ਹੋਊ, ਸਾਡੀ ਕਿਹੜੀ ਕਿਹੜੀ ਮੱਤ ਤੇ ਔਗਣ ਦੂਰ ਹੋਣਗੇ ਤੇ ਕਿਹੜੇ ਕਿਹੜੇ ਗੁਣ ਸਾਨੂੰ ਮਿਲਣਗੇ, ਕੀ ਕੀ ਫਾਇਦੇ ਹੋਣਗੇ ਜਾਣੇ। ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ। ਸ਼ਲੋਕ ਮਹੱਲਾ ਪਹਿਲਾ, ਇਹ 2 ਸ਼ਲੋਕ ਆ। ਪਹਿਲਾ ਸ਼ਲੋਕ ਕਰਦੇ ਹਾਂ। ਪਹਿਲਾ ਹੈ, ਹੋਰ ਸ਼ਰੀਕ ਹੋਵੇ ਕੋਈ ਤੇਰਾ, ਤਿਸ ਅੱਗੇ ਤੁਝ ਆਖਾਂ। ਉਹਨੇ ਬਾਣੀ ਦੱਸ ਰਹੀ ਹੈ ਆਪਾਂ ਪਰਮਾਤਮਾ ਨੂੰ ਸੰਬੋਧਨ ਕਰਕੇ, ਵੀ ਜੇ ਤਾਂ ਤੇਰਾ ਕੋਈ ਸ਼ਰੀਕ ਹੋਵੇ ਫੇਰ ਤਾਂ ਮੈਂ ਕੰਪੇਅਰ ਕਰਕੇ ਆਖਾਂ। ਜਿਵੇਂ ਦੁਨੀਆ 'ਚ ਆਪਾਂ ਕਹਿੰਦੇ ਆ ਕਿ ਕੰਪੇਅਰ ਕਰਦੇ ਆ ਇੱਕ ਦੂਸਰੇ ਨਾਲ। ਉਹ ਕਹਿੰਦੇ ਤੇਰਾ ਕੋਈ ਸ਼ਰੀਕ ਹੀ ਨਹੀਂ ਹੈ, ਤੂੰ ਇਕੱਲਾ ਹੀ ਆ, ਇੱਕ ਹੀ ਆ। ਫਿਰ ਤੈਨੂੰ ਮੈਂ ਕਿਵੇਂ ਆਖਾਂ, ਤੇਰੇ ਗੁਣ ਔਗਣ ਕਿਵੇਂ ਦੱਸਾਂ, ਜਾਂ ਤੇਰੇ ਬਾਰੇ ਕਿਵੇਂ ਦੱਸਾਂ, ਤੂੰ ਕਿਹਾ ਜਾ ਹੈਗਾ ਵੀ ਤੇਰਾ ਸ਼ਰੀਕ ਹੀ ਨਹੀਂ, ਤੂੰ ਇਕੱਲਾ ਹੀ ਹੈਗਾ। ਤੁਧ ਅੱਗੇ ਤੁਦੇ ਸਲਾਹੀ, ਮੈਂ ਅੰਧੇ ਨੌ ਸੁਜਾਖਾ। ਮੈਂ ਤੇਰੇ ਅੱਗੇ, ਤੂੰ ਇਕੱਲਾ ਹੀ ਆ, ਤੈਨੂੰ ਸਲਾਹ ਕਿਵੇਂ ਕਰਾਂ, ਤੇਰੀ ਮੈਂ ਸਲਾਹ ਕਿਸ ਤਰ੍ਹਾਂ ਕਰਾਂ, ਸਿਫਤ ਸਲਾਹ ਕਿਸ ਤਰ੍ਹਾਂ ਕਰਾਂ, ਸੋਭਾ ਕਿਵੇਂ ਕਰਾਂ, ਕਿਉਂਕਿ ਮੈਂ ਤਾਂ ਅੰਧਾ ਹਾਂ, ਅਗਿਆਨੀ। ਬਾਣੀ 'ਚ ਅੰਧਾ ਬਹੁਤ ਵਾਰੀ ਆਇਆਗਾ। ਅੰਧੇ ਦਾ ਮਤਲਬ ਜਿਹਨੂੰ ਗਿਆਨ ਨਹੀਂ ਹੈ। ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਏ ਨਾ ਹੈ, ਅੰਧੇ ਸਹੀ ਨਾਨਕਾ ਜੋ ਮੁੱਢੋਂ ਖੁੱਤਾ ਜਾਏ। ਮਤਲਬ ਬਾਣੀ 'ਚ ਜਿਹਨੂੰ ਇਹ ਪ੍ਰਮਾਤਮਾ ਦਾ ਗਿਆਨ ਨਹੀਂ ਹੈਗਾ, ਉਸ ਨੂੰ ਗਿਆਨੀ ਅੰਧਾ ਕਿਹਾ ਕਿ ਮੈਨੂੰ ਤਾਂ ਗਿਆਨ ਹੀ ਕੋਈ ਨਹੀਂ, ਮੈਂ ਤੇਰੇ ਬਾਰੇ ਜਾਣਦਾ ਹੀ ਕੁਛ ਨਹੀਂ ਹੈਗਾ, ਤੇਰੀ ਵਡਿਆਈ ਕਿਵੇਂ ਕਰਾਂ, ਤੇਰੀ ਉਪਮਾ ਕਿਵੇਂ ਕਰਾਂ। ਅੰਧੇ ਨੌ ਸੁਜਾਖਾ, ਵੀ ਮੈਂ ਸੁਜਾਖਾ ਹੋਊ ਤੇ ਕਰ ਸਕਦਾ, ਮੈਂ ਤਾਂ ਅੰਧਾ ਹਾਲੇ। ਇਸ ਕਰਕੇ ਮੈਂ ਤੇਰੀ ਕੋਈ ਵੀ ਸਿਫਤ ਸਲਾਹ ਵਡਿਆਈ ਤੇਰੀ ਨਹੀਂ ਕਰ ਸਕਦਾ। ਜੇਤਾ ਆਖਣ ਸਾਹੀ ਸਬਦੀ, ਭਾਖਿਆ ਪਾਏ ਸਫਾਈ। ਜਿਹਨੇ ਵੀ ਉਹਨੂੰ ਆਖਣ ਦੀ ਕੋਸ਼ਿਸ਼ ਕੀਤੀ ਹੈ, ਉਹ ਸਿਰਫ ਪ੍ਰੇਮ ਦੀ ਬੋਲੀ ਹੀ ਸਮਝਦਾ ਹੈ, ਦੂਸਰੀ ਬੋਲੀ ਨਹੀਂ ਸਮਝਦਾ। ਅਸੀਂ ਚਾਹੇ ਮੁੱਖ ਨਾ ਕਹੀਏ, ਅਸੀਂ ਜਾਂ ਅਸੀਂ ਹਿਰਦੇ 'ਚ ਕਹੀਏ। ਉਹ ਭੈਣ ਜੀ ਬੰਦ ਕਰ ਦਿਓ ਜੀ ਤੁਹਾਡਾ ਮਾਈਕ। ਇੱਧਰ ਗੱਲ ਸੁਣ ਲਓ, ਗੱਲ ਸੁਣੀ ਇੱਕ ਮਿੰਟ। ਭੈਣ ਜੀ ਮਾਈਕ ਬੰਦ ਕਰ ਦਿਓ ਪਲੀਜ਼। ਬੰਦ, ਹਰਪ੍ਰੀਤ ਮਾਈਕ ਬੰਦ ਕਰੋ, ਤੁਹਾਡਾ ਮਾਈਕ ਚੱਲ ਰਿਹਾ। ਸੋ ਆਪਾਂ ਵਿਚਾਰ ਕਰ ਰਹੇ ਸੀ ਕਿ ਉਸ ਨੂੰ ਜਿੰਨਾ ਚਿਰ ਸਾਨੂੰ ਗਿਆਨ ਆ, ਅਸੀਂ ਉਹਦੀ ਵਡਿਆਈ ਨਹੀਂ ਕਹਿ ਸਕਦੇ। ਔਰ ਜਿਨ੍ਹਾਂ ਨੇ ਵੀ ਉਹਦੀ ਵਡਿਆਈ ਕਰਨ ਦੀ ਕੋਸ਼ਿਸ਼ ਕੀਤੀ ਆ, ਉਹ ਸਿਰਫ ਪ੍ਰੇਮ ਦੀ ਬੋਲੀ ਹੀ ਸਮਝਦਾ ਹੈ। ਲਵ ਇਜ਼ ਗੋਡ, ਗੋਡ ਇਜ਼ ਲਵ। ਸਿਰਫ ਪ੍ਰਮਾਤਮਾ ਪਿਆਰ ਦੀ ਬੋਲੀ ਹੀ ਸਮਝਦਾ ਹੈ। ਔਰ ਉਸ ਨੂੰ ਉਹਦੇ ਨਾਲ ਗੱਲਾਂ ਕਰਨ ਵਾਸਤੇ, ਉਹਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਸਿਰਫ ਉਸ ਦੀ ਪ੍ਰੀਤ ਚਾਹੀਦੀ ਆ। ਸਾਡਾ ਗੋਲ ਮਕਸਦ ਵੀ ਹੋਰ ਕੋਈ ਨਹੀਂ ਚਾਹੀਦਾ ਕਿ ਮੁਕਤੀ ਚਾਹੀਦੀ ਹੈ ਜਾਂ ਕੁਝ ਹੋਰ ਚਾਹੀਦਾ, ਵੀ ਸਾਡੀ ਤੇਰੇ ਨਾਲ ਪ੍ਰੀਤ ਬਣੀ ਰਹੇ ਬਸ। ਜੇਤਾ ਆਖਾਂ ਸਾਹੀ ਸਬਦੀ, ਭਾਖਿਆ ਪਾਏ ਸਫਾਈ। ਔਰ ਉਹ ਵੀ ਉਹੀ ਆਖ ਸਕਦੇ ਆ ਜਿਨ੍ਹਾਂ ਨੂੰ ਨਾਮ ਪ੍ਰਾਪਤ ਹੋ ਸਕਿਆ।
ਉਦੋਂ ਬਾਅਦ ਉਹਨਾਂ ਕੋਲ ਸਿਰਫ ਉਹ ਪ੍ਰੇਮ ਆ ਜਾਂਦਾ, ਪ੍ਰੇਮ ਨਾਲ ਉਹਦੀ ਭਗਤੀ ਕਰਦੇ ਆ। ਨਾਨਕ ਬਹੁਤਾ ਇਹੋ ਆਖਣ ਸਭ ਤੇਰੀ ਵਡਿਆਈ। ਹੋਰ ਬਹੁਤਾ ਕੁਝ ਕਹਿ ਨਹੀਂ ਸਕਦੇਗੇ। ਕੀ ਕਹੀਏ ਕਿ ਸਭ ਤੇਰੀ ਵਡਿਆਈ ਆ, ਵੀ ਸਾਰਾ ਕੁਝ ਇਹ ਤੇਰੀ ਕਿਰਪਾ ਦੇ ਨਾਲ ਹੀ ਹੋ ਰਿਹਾਗਾ। ਅਸੀਂ ਕੁਝ ਨਹੀਂ ਕਹਿ ਸਕਦੇਗੇ, ਵੀ ਇਹ ਸਾਰੀ ਤੇਰੀ ਹੀ ਵਡਿਆਈ ਆ। ਜੋ ਤਿਸ ਭਾਵੇ ਨਾਨਕਾ ਸਾਈ ਵਡਿਆਈ, ਵੀ ਜੋ ਤੈਨੂੰ ਪਾਉਂਦਾ ਹੈਗਾ ਬਸ ਇਹੀ ਤੇਰੀ ਵਡਿਆਈ ਆ, ਕਿ ਜੋ ਤੂੰ ਕਰ ਰਿਹਾ ਉਹਨੂੰ ਅਸੀਂ ਆਪਣਾ ਹੁਕਮ ਮੰਨੀਏ, ਉਹਨੂੰ ਆਪਣਾ ਭਾਣਾ ਮੰਨੀਏ। ਸਾਡੇ ਨਾਲ ਜੋ ਵੀ ਦੁੱਖ ਸੁੱਖ ਬੀਤ ਰਿਹਾ ਹੈਗਾ, ਜ਼ਿੰਦਗੀ 'ਚ ਜੋ ਵੀ ਕੁਝ ਹੁੰਦਾ, ਘਟਨਾਵਾਂ ਹੁੰਦੀਆਂ, ਉਹਨੂੰ ਇਹੀ ਕਹੀਏ ਵੀ ਇਹ ਤੇਰੇ ਹੁਕਮ ਦੇ ਵਿੱਚ ਹੀ ਹੋ ਰਿਹਾ, ਇਵੇਂ ਹੀ ਹੋਣਾ ਸੀਗਾ, ਇਸ ਤੋਂ ਬਿਨਾਂ ਕੁਝ ਹੋਣਾ ਸੀ ਇਹੀ ਚੰਗਾ। ਅਗਰ ਅਸੀਂ ਇਹ ਜਾਣ ਸਕੀਏ ਕਿ ਤੇਰਾ ਹੁਕਮ ਅਸੀਂ ਮੰਨ ਸਕੀਏ, ਫੇਰ ਅਸੀਂ ਇਹੀ ਵਡਿਆਈ ਆ ਤੇਰੀ। ਇਦੋਂ ਬਿਨਾਂ ਹੋਰ ਕਿਸੇ ਸ਼ਬਦਾਂ ਦੇ ਵਿੱਚ ਅਸੀਂ ਗਿਆਨੀ ਆ, ਅੰਧੇ ਆ, ਅਸੀਂ ਤੇਰੀ ਵਡਿਆਈ ਕਰ ਨਹੀਂ ਸਕਦੇ, ਕਿਉਂਕਿ ਤੇਰਾ ਆਕਾਰ ਵੀ ਕੋਈ ਨਹੀਂ, ਤੂੰ ਨਜ਼ਰ ਵੀ ਨਹੀਂ ਆਉਂਦਾ, ਤੂੰ ਮਹਿਸੂਸ ਵੀ ਨਹੀਂ ਹੁੰਦਾਗਾ ਕਿੰਨਾ ਵੱਡਾ ਹੈਗਾ, ਕਿਹੋ ਜਿਹਾ। ਬਸ ਸਾਡਾ ਮਕਸਦ ਇੱਕੋ ਹੀ ਹੋਣਾ ਚਾਹੀਦਾ ਹੈ ਕਿ ਜੋ ਵੀ ਸਾਡੇ ਨਾਲ ਹੋ ਰਿਹਾ ਹੈਗਾ ਉਹ ਤੇਰੇ ਹੁਕਮ ਵਿੱਚ ਹੀ ਹੋ ਰਿਹਾ ਹੈਗਾ, ਕਿਉਂਕਿ ਜੋ ਤੂੰ ਨਹੀਂ ਚਾਹੁੰਦਾ ਉਹ ਹੋ ਹੀ ਨਹੀਂ ਸਕਦਾ, ਉਹੀ ਚੰਗਾ ਹੈ। ਅਗਰ ਅਸੀਂ ਇਸ ਪ੍ਰਾਪਤੀ ਕਰ ਲਈਏ ਤਾਂ ਇਹੀ ਤੇਰੀ ਵਡਿਆਈ ਹੈ, ਉਹਦਾ ਹੁਕਮ ਮੰਨਣਾ ਹੀ ਉਹਦੀ ਵਡਿਆਈ ਆ, ਉਹਦਾ ਹੁਕਮ ਮੰਨਣਾ ਹੀ ਸਾਡੀ ਪ੍ਰਾਪਤੀ ਆ। ਹੁਕਮ ਮੰਨਣ ਨਾਲ ਹੀ ਸਾਡੀ ਸਾਰੀ ਹਉਮੈ, ਸਾਰੇ ਔਗਣ ਖਤਮ ਹੋ ਸਕਦੇ ਆ। ਇਹ 4 ਤੁਕਾਂ ਦਾ ਪਹਿਲਾ ਸ਼ਲੋਕ ਆ। ਤੇ ਹੁਣ ਗੁਰਕੀ ਸਾਹਿਬ ਨੂੰ ਬੇਨਤੀ ਕਰਦੇ ਆ, ਅਗਰ ਕੁਝ ਕਹਿਣਾ ਚਾਹਣ ਤੇ ਉਸ ਤੋਂ ਬਾਅਦ ਅਸੀਂ ਇਹਦੀ ਤੁਕ ਵਾਈਜ਼ ਵਿਚਾਰ ਕਰਾਂਗੇ ਜੀ। ਹਾਂਜੀ ਗੁਰਕੀ ਸਾਹਿਬ। ਹਾਂਜੀ ਠੀਕ ਹੈ ਜੀ। ਤੇ ਸਾਧ ਸੰਗਤ ਜੀ, ਇਹ ਜਿਹੜੀ ਬਾਣੀ ਆਪਾਂ ਨੂੰ ਜੋ ਸਮਝਾਉਣਾ ਚਾਹੁੰਦੀ ਹੈ, ਇੱਕ ਤੇ ਗਿਲ ਸਾਹਿਬ ਤੁਸੀਂ ਮਾਈਕ ਬੰਦ ਕਰ ਦਿਆ ਕਰੋ, ਤੇ ਮਾਈਕ ਦੀ ਆਵਾਜ਼ ਆਉਣ ਡਿਆ ਪੈਂਦੀ ਹੈ, ਤੁਸੀਂ ਗੱਲ ਕਰਕੇ ਨਾ ਮਾਈਕ ਮਿਊਟ ਕਰ ਦਿਆ। ਅੱਜ ਦੀ ਵਿਚਾਰ ਕਰਦੇ ਹਾਂ ਆਪਾਂ। ਦੇਖੋ, ਸਭ ਤੋਂ ਪਹਿਲਾਂ ਤੇ ਜੀਵਨ ਦੇ ਵਿੱਚ ਵਿਵੇਕ ਬੁੱਧੀ ਦਾ ਹੋਣਾ ਬਹੁਤ ਜ਼ਰੂਰੀ ਹੈ। ਵਿਵੇਕ ਬੁੱਧੀ ਕੀ ਹੈ, ਤੁਹਾਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਕਿ ਵਿਵੇਕ ਬੁੱਧੀ ਇੱਕ ਹੁੰਦੀ ਨਾ ਬੁੱਧੀ, ਇੱਕ ਹੁੰਦੀ ਵਿਵੇਕ ਬੁੱਧੀ। ਵਿਵੇਕ ਬੁੱਧੀ ਤੋਂ ਭਾਵ ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਬੰਦਾ ਉਸ ਕਾਰਜ ਦਾ ਲਾਸਟ ਤੱਕ ਨਜ਼ਰ ਮਾਰ ਸਕਦਾ ਹੈ ਬੰਦਾ, ਕਿ ਇਹਦਾ ਪ੍ਰਮਾਣ ਕੀ ਨਿਕਲੂਗਾ। ਜੇ ਮੰਨ ਲਓ ਮੈਂ ਇਹ ਇੱਟ ਕੱਢ ਦਿੰਦਾ ਵਾਂ ਇੱਥੋਂ, ਇਹ ਅੱਗੇ ਕੀ ਹੋਊਗਾ। ਕੋਈ ਵੀ ਕੰਮ ਕਰਨ ਤੋਂ ਪਹਿਲਾਂ ਬੰਦੇ ਦੀ ਇੰਨੀ ਬੁੱਧੀ ਹੁੰਦੀ ਆ, ਉਹ ਬੰਦਾ ਇੰਨਾ ਦਾ ਚਿੰਤਨ ਹੁੰਦਾ ਦਿਮਾਗ ਦੇ ਵਿੱਚ, ਉਹ ਆਖਰ ਤੱਕ ਉਹਨੂੰ ਪਤਾ ਹੈ ਕਿ ਮੈਂ ਆਹ ਜੇ ਸ਼ਬਦ ਬੋਲਦਾ ਤੇ ਅੱਗੇ ਕੀ ਹੋਊਗਾ। ਇਹ ਨਹੀਂ ਕਿ ਮੂੰਹ ਫੱਟ, ਜੋ ਮੂੰਹ ਚ ਆਇਆ ਤੇ ਉਹੀ ਕੱਢਤਾ। ਵਿਵੇਕ ਬੁੱਧੀ ਦਾ ਬੰਦਾ, ਉਹ ਚਿੰਤਨ ਸ਼ਕਤੀ ਉਹਦੀ ਏਡੀ ਹੁੰਦੀ, ਉਹ ਬੰਦਾ ਇੰਨਾ ਸੋਚ ਵਿਚਾਰ ਕਰਨ ਦੇ ਲਾਇਕ ਹੁੰਦਾ। ਔਰ ਇਹ ਬੁੱਧੀ ਬੰਦੇ ਨੂੰ ਉਦੋਂ ਆਉਂਦੀ ਹੈ ਜਦੋਂ ਬੰਦੇ ਦਾ ਜਿਹੜਾ ਮਨ ਸ਼ਾਂਤ ਹੁੰਦਾ, ਉਹਨਾਂ ਚਿਰ ਨਹੀਂ ਆਉਂਦੀ ਬੰਦੇ ਕੋਲ। ਉਹ ਕਿਸੇ ਸਧਾਰਨ ਬੰਦਾ ਤੇ ਭੀੜ ਹੁੰਦੀ, ਉਹਨੂੰ ਪਤਾ ਹੀ ਨਹੀਂ, ਉਹਦੇ ਬੇਹੋਸ਼ੀ ਦੇ ਵਿੱਚ ਜੀਵਨ ਬਤੀਤ ਕਰਦਾ ਹੈ। ਜਿਹੜੀ ਆਪਾਂ ਸਾਧਨਾ ਕਰਦੇ ਆ, ਇਹ ਅਸਲ ਦੇ ਵਿੱਚ ਸਾਧਨਾ ਹੈ ਕੀ ਆ, ਇਹਦੇ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਕਿਉਂ ਕਰ ਰਹੇ ਆਪਾਂ ਸਾਧਨਾ, ਇਹਦੇ ਬਾਰੇ ਇੱਕ ਆਪਾਂ ਨੂੰ ਗਿਆਨ ਹੋਣਾ ਚਾਹੀਦਾ ਹੈ। ਅਸਲ ਦੇ ਵਿੱਚ ਆਪਾਂ ਸਾਧਨਾ ਇਸ ਲਈ ਕਰ ਰਹੇ ਹਾਂ, ਸਾਨੂੰ ਤੁਰੀਆ ਅਵਸਥਾ ਪ੍ਰਾਪਤੀ ਚਾਹੀਦੀ ਹੈ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਤੁਰੀਆ ਅਵਸਥਾ ਮਿਲੇ। ਤੁਰੀਆ ਅਵਸਥਾ ਕੀ ਹੈ? ਅੰਤਰਿਕ ਹਨੇਰੇ ਤੋਂ ਪੂਰਨ ਰੂਪ ਵਿੱਚ ਮੁਕਤੀ। ਜਦੋਂ ਆਪਾਂ ਧਿਆਨ ਸਿਮਰਨ ਕਰਦੇ ਹਾਂ ਤੇ ਇੱਕ ਸਮਾਂ ਆਉਂਦਾ ਹੈ, ਸਾਨੂੰ ਅੰਤਰਿਕ ਜੋ ਸਾਡੇ ਅੰਦਰ ਇੱਕ ਹਨੇਰਾ ਹੈ, ਉਸ ਤੋਂ ਸਾਨੂੰ ਪੂਰਨ ਤੌਰ ਤੇ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਹੁਣ 3 ਅਵਸਥਾ ਦੇ ਵਿੱਚ ਸਧਾਰਨ ਬੰਦਾ ਜੀਵਨ ਬਤੀਤ ਕਰਦਾ ਹੈ। 3 ਅਵਸਥਾ ਦੇ ਵਿੱਚ ਹੀ ਉਹ ਇਸ ਸੰਸਾਰ ਤੋਂ ਚਲ ਜਾਂਦਾ ਹੈ। ਜੋ ਦੀਸੇ ਸੋ ਸੋ ਰੋਗੀ। ਜੋ ਵੀ ਇਨਸਾਨ ਧਰਤੀ ਤੇ ਪੈਦਾ ਹੋ ਰਿਹਾ, ਇਹਨਾਂ 3 ਅਵਸਥਾ ਚੋਂ ਜੀਵਨ ਬਤੀਤ ਕਰਦਾ। ਪਹਿਲੀ ਜਾਗਰਤ ਅਵਸਥਾ ਆਉਂਦੀ ਹੈ,
ਜਾਗਰਤ ਅਵਸਥਾ ਜਿਹਨੂੰ ਆਪਾਂ ਹੁਣ ਤੁਸੀਂ ਕਥਾ ਸੁਣ ਰਹੇ ਜੋ ਮੈਂ ਗੱਲ ਕਰ ਰਿਹਾ ਸਭ ਜਾਗਰਤ ਅਵਸਥਾ ਚ ਆਉਂਦਾ। ਇਸ ਅਵਸਥਾ ਦੇ ਵਿੱਚ ਬੰਦਾ ਬਾਹਰੋਂ ਤੋਂ ਜਾਗ ਰਿਹਾ ਪਰ ਮਾਨਸਿਕ ਤੌਰ ਤੇ ਸੁੱਤਾ ਹੈ, ਕਿਉਂਕਿ ਉਹਦੇ ਦਿਮਾਗ 'ਚ ਕੋਈ ਨਾ ਕੋਈ ਚਿੰਤਨ ਚੱਲ ਰਿਹਾ। ਇੱਕ ਅਵਸਥਾ ਖਤਮ ਹੋ ਗਈ, ਉਸ ਤੋਂ ਅੱਗੇ ਜਿਹੜੀ ਆ ਗਈ ਆ ਸਪਨ ਅਵਸਥਾ। ਸਪਨ ਅਵਸਥਾ ਦੇ ਵਿੱਚ ਕੀ ਹੈ, ਬੰਦਾ ਬਾਹਰੋਂ ਤੋਂ ਸੁੱਤਾ ਵਾ ਪਰ ਅੰਦਰੋਂ ਜਾਗਣ ਦਿਆ ਵਾ। ਉਲਟਾ ਹੋ ਗਿਆ ਨਾ। ਹੁਣ ਵਿਚਾਰ ਗਏ ਉੱਥੇ ਚੱਲ ਰਿਹਾ ਵਾ ਬਟ ਉੱਥੇ ਬੰਦੇ ਦਾ ਸਰੀਰ ਸੁੱਤਾ ਵਾ। ਇਸ ਅਵਸਥਾ ਦੇ ਵਿੱਚ ਵੀ ਜੀਵਨ ਬਤੀਤ ਹੋਣ ਦੇ ਨਾਲ ਕੁਝ ਆਪਾਂ ਨੂੰ ਗਿਆਨ ਕੀ ਮਿਲੂਗਾ, ਕੁਝ ਵੀ ਗਿਆਨ ਨਹੀਂ ਮਿਲਣਾ ਕਿਉਂਕਿ ਸਰੀਰ ਨਹੀਂ ਹਿੱਲਣ ਦਿਆ। ਤੋ ਇਹ ਵੀ ਅਵਸਥਾ ਜਿਹੜੀ ਆ, ਇਸ ਅਵਸਥਾ 'ਚ ਵੀ ਕੁਝ ਨਹੀਂ ਪ੍ਰਾਪਤ ਹੋਣਾ। ਹੁਣ ਇੱਕ ਤੀਜੀ ਅਵਸਥਾ ਆ ਗਈ, ਉਹਨੂੰ ਸੁਖਾਪਤੀ ਅਵਸਥਾ ਕਹਿੰਦੇ ਆ ਆਪਾਂ। ਹੁਣ ਸੁਖਾਵਸਤੀ ਅਵਸਥਾ 'ਚ ਉਹਦੀ ਇੱਕ ਹੋਰ ਸਮੱਸਿਆ ਹੈ, ਉੱਥੇ ਆਨੰਦ ਹੈਗਾ ਪਰ ਇੱਥੇ ਆਪਾਂ ਅੰਦਰੋਂ ਵੀ ਸੁੱਤੇ ਹਾਂ ਤੇ ਬਾਹਰੋਂ ਵੀ ਸੁੱਤੇ ਹਾਂ। ਉੱਥੇ ਸੁਪਨੇ ਨਹੀਂ ਹੈਗੇ, ਚਿੰਤਨ ਨਹੀਂ ਹੈਗਾ, ਸਰੀਰ ਬਿਲਕੁਲ ਸੌਂ ਗਿਆ ਵਾ, ਮਨ ਇੱਕਦਮ ਗਹਿਰੀ ਗੁਫਾ 'ਚ ਜਾ ਕੇ ਬਹਿ ਗਿਆ, ਸਭ ਕੁਝ ਸ਼ਾਂਤ ਹੋ ਗਿਆ। ਹੁਣ ਇੱਥੇ ਸਾਨੂੰ ਪਤਾ ਹੀ ਨਹੀਂ ਇੱਥੇ ਕੀ ਹੋਇਆ, ਸਾਨੂੰ ਗਿਆਨ ਨਹੀਂ ਹੈਗਾ। ਹੁਣ ਇਸ ਅਵਸਥਾ 'ਚ ਵੀ ਆਪਾਂ ਨੂੰ ਕੁਝ ਪ੍ਰਾਪਤ ਨਹੀਂ ਹੋਣਾ। ਹੁਣ ਇਸ ਤੋਂ ਵੀ ਅੱਗੇ ਇੱਕ ਹੋਰ ਅਵਸਥਾ ਹੈ, ਉਹ ਹੈ ਤੁਰੀਆ ਅਵਸਥਾ। ਹੁਣ ਤੁਰੀਆ ਅਵਸਥਾ ਦੇ ਵਿੱਚ ਜਾ ਕੇ ਆਪਾਂ ਨੂੰ ਅਨੁਭਵ ਕਰ ਸਕਦੇ ਹਾਂ। ਅਨੁਭਵ ਕਰਕੇ ਆ ਜਾਵਾਂਗੇ, ਹੱਥ ਲਗਾ ਕੇ ਆਵਾਂਗੇ ਤੇ ਬਾਅਦ ਦੇ ਵਿੱਚ ਫਿਰ ਕੀ ਹੋਣਾ ਹੈ ਕਿ ਉਸੇ ਅਵਸਥਾ ਨੇ ਸਾਨੂੰ ਆਨੰਦ ਦੇਣਾ। ਹੁਣ ਤੁਸੀਂ ਜਿਹੜਾ ਆਨੰਦ ਪ੍ਰਾਪਤ ਕਰ ਰਹੇ ਜੋ, ਇਹ ਤੁਰੀਆ ਅਵਸਥਾ ਦਾ ਆਨੰਦ ਹੈ। ਤੁਰੀਆ ਅਵਸਥਾ ਦਾ ਮਤਲਬ ਅੰਦਰੋਂ ਤੇ ਬਾਹਰੋਂ ਦੋਨੋਂ ਤਰਫੋਂ ਤੁਸੀਂ ਜਾਗ ਰਹੇ ਜੋ। ਬੇਹੋਸ਼ੀ ਨਹੀਂ ਹੈਗੀ, ਅੰਦਰ ਵਿਚਾਰ ਨਹੀਂ ਹੈਗੇ, ਤੁਸੀਂ ਉਸ ਬਿੰਦੂ 'ਚ ਆ ਕੇ ਬਹਿ ਗਏ ਜੋ ਜਿੱਥੇ ਆਤਮਾ ਹੈਗੀ। ਤੁਹਾਡੇ ਅੰਦਰ ਜਿਹੜੀ ਆਤਮਾ ਹੈ ਨਾ, ਦੇਖੋ ਉਹ ਬੁੱਢੀ ਨਹੀਂ ਹੁੰਦੀ, ਨੌਜਵਾਨ ਹੁੰਦੀ। ਉਹ ਹਰ ਪਲ ਇੱਕੋ ਹੀ ਅਵਸਥਾ ਹੈ। ਜਿੰਨਾ ਚਿਰ ਤੱਕ ਅਸੀਂ ਉਸ ਤੱਤ ਨੂੰ ਦੇਖ ਨਹੀਂ ਲੈਂਦੇ, ਉਸ ਤੱਤ ਦੇ ਵਿੱਚ ਆਪਣੇ ਆਪ ਲੀਨ ਨਹੀਂ ਹੋ ਜਾਂਦੇ। ਅਸਲ 'ਚ ਉਹ ਤੱਤ ਜਿਹੜਾ ਨਾ, ਉਹ ਤੱਤ ਸਾਡਾ ਹੀ ਆ, ਸਾਡਾ ਹੀ ਤੇ ਰੂਪ ਹੈ। ਉਹਨੂੰ ਨਿਜ ਘਰ ਕਹਿ ਗਿਆ। ਹੁਣ ਜਦੋਂ ਆਪਾਂ ਧਿਆਨ ਸਿਮਰਨ ਕਰਦੇ ਹਾਂ ਤੇ ਸਾਨੂੰ ਸਭ ਤੋਂ ਪਹਿਲਾਂ ਤੇ ਕੀ ਹੁੰਦਾ ਕਿ ਸਾਡੀਆਂ ਜਿਹੜੀਆਂ ਇੰਦਰੀਆਂ ਨਾ, ਦੇਖੋ ਇੰਦਰੀਆਂ ਸਾਡੀਆਂ ਦੀ ਜ਼ਿਆਦਾ ਕੈਪੈਸਿਟੀ ਨਹੀਂ ਹੈਗੀ। ਇਹ ਭੌਤਿਕ ਜਗਤ ਬਾਰੇ ਦੱਸ ਸਕਦੀਆਂ ਨੇ, ਮਤਲਬ ਕਹਿਣ ਤੋਂ ਭਾਵ ਕਿ ਆ ਜਿਹੜੇ 5 ਤੱਤ ਹੈਗੇ ਆ, ਧਰਤੀ, ਪਾਣੀ, ਹਵਾ, ਆਕਾਸ਼, ਅਗਨੀ, ਇਹਦੇ ਬਾਰੇ ਗਿਆਨ ਕਰਾ ਸਕਦੀਆਂ ਨੇ। ਪਰ ਆਤਮਾ ਤੇ ਇੱਕ ਅਲੱਗ ਵਿਸ਼ਾ ਵਾ। ਇਸ ਕਰਕੇ ਇਹ ਜਿਹੜੀ ਇੰਦਰੀਆਂ ਵਾ, ਇਹਨਾਂ 'ਚ ਇੰਨੀ ਸਮਰੱਥਾ ਨਹੀਂ ਹੈਗੀ ਸਾਨੂੰ ਕਿ ਸਾਨੂੰ ਆਤਮ ਗਿਆਨ ਕਰਾ ਦੇਣ। ਆਤਮ ਗਿਆਨ ਦਾ ਭਾਵ ਆਪਣੇ ਆਪ ਦਾ ਗਿਆਨ। ਹੁਣ ਆਪਾਂ ਤੁਰੀਆ ਅਵਸਥਾ 'ਚ ਆ ਗਏ ਹਾਂ। ਤੁਰੀਆ ਅਵਸਥਾ 'ਚ ਕੀ ਹੋ ਗਿਆ ਕਿ ਸਾਨੂੰ ਗਿਆਨ ਪ੍ਰਾਪਤ ਹੋਇਆ ਵਾ ਅੰਦਰ ਦਾ ਤੇ ਬਾਹਰ ਦਾ। ਹੁਣ ਇਹਦੇ ਵਿੱਚ ਕੀ ਹੁੰਦਾ ਵਾ ਕਿ ਇਹਦੇ ਵਿੱਚ ਸਾਨੂੰ ਇੰਨਾ ਪਤਾ ਲੱਗ ਗਿਆ ਵਾ ਕਿ ਇਹਨਾਂ ਵਿਚਾਰਾਂ ਦੇ ਮੰਡਲ ਤੋਂ ਵੀ ਅੱਗੇ ਇੱਕ ਸਤਾ ਹੈਗੀ, ਔਰ ਉਸ ਸਤਾ ਦੇ ਵਿੱਚ ਕੇਵਲ ਮੈਂ ਹਾਂ, ਮੇਰੇ ਤੋਂ ਸਿਵਾਏ ਉੱਥੇ ਹੋਰ ਕੋਈ ਨਹੀਂ ਹੈਗਾ। ਇੱਕਦਮ ਸਾਫ਼ ਸੁਥਰਾ ਚੇਤਨ ਰੂਪ ਆਪਣਾ ਵੇਖ ਲੈਣਾ, ਉਹ ਤੁਰੀਆ ਅਵਸਥਾ 'ਚ ਅਸੀਂ ਵੇਖਦੇ ਹਾਂ ਜਾ ਕੇ। ਹੁਣ ਜੇ ਤੁਸੀਂ ਸਾਧਨਾ ਕਰਦੇ ਜੋ, ਇਸ ਅਵਸਥਾ ਦੇ ਵਿੱਚ ਤੁਹਾਨੂੰ ਗਿਆਨ ਮਿਲਦਾ ਹੈ ਅੰਦਰ ਦਾ ਤੇ ਬਾਹਰ ਦਾ। ਤੁਹਾਨੂੰ ਦੋਨੋਂ ਗਿਆਨ ਹੈ। ਤੁਸੀਂ ਅੰਦਰ ਬੈਠੇ ਜੋ, ਤੁਹਾਨੂੰ ਸੰਸਾਰ ਦਾ ਵੀ ਪਤਾ ਹੈ ਤੇ ਤੁਹਾਨੂੰ ਅੰਦਰ ਦਾ ਵੀ ਪਤਾ ਕਿ ਅੰਦਰ ਕੀ ਚੱਲ ਰਿਹਾ ਹੈ। ਇਹ ਤੁਰੀਆ ਅਵਸਥਾ ਜੀ। ਤੇ ਜਿੰਨਾ ਚਿਰ ਤੱਕ ਆਪਾਂ ਤੁਰੀਆ ਅਵਸਥਾ ਨੂੰ ਜਾਣ ਨਹੀਂ ਲੈਂਦੇ, ਉਹਨਾਂ ਚਿਰ ਤੱਕ ਇਹ ਜਿਹੜਾ ਜੀਵਨ ਹੈ ਨਾ, ਇਹ ਜੀਵਨ ਦੇ ਬਾਰੇ ਸਾਨੂੰ ਨਹੀਂ ਪਤਾ ਲੱਗੇਗਾ। ਜਿੰਨੇ ਵੀ ਧਰਮ ਹਨ, ਉਹਨਾਂ ਦੀ ਜਿਹੜੀ ਕੋਸ਼ਿਸ਼ ਇਹੋ ਹੀ ਸੀ ਕਿ ਕਿਸੇ ਤਰੀਕੇ ਨਾਲ ਤੁਰੀਆ ਅਵਸਥਾ ਦੇ ਵਿੱਚ ਪ੍ਰਵੇਸ਼ ਕਰ ਲਿਆ ਜਾਵੇ। ਇਹਦੀਆਂ 3 ਅਵਸਥਾ ਹੈਗੀਆਂ ਨੇ, ਜਾਗਰਤ, ਸਪਨ ਤੇ ਸੁਖਾਪਤੀ। ਇਹਨਾਂ ਤਿੰਨਾਂ ਤੋਂ ਅੱਗੇ ਲੰਘ ਕੇ ਚੌਥੇ ਪਦ ਵਿੱਚ ਪਹੁੰਚਿਆ ਜਾਵੇ। ਚੌਥੇ ਪਦ ਤੋਂ ਭਾਵ ਤੁਰੀਆ ਅਵਸਥਾ। ਔਰ ਜਦੋਂ ਵੀ ਬੰਦਾ ਤੁਰੀਆ ਅਵਸਥਾ ਦੇ ਵਿੱਚ ਚੱਲ ਜਾਂਦਾ ਹੈ, ਇਹ ਜਿਹੜੀਆਂ 3 ਅਵਸਥਾਵਾਂ ਹੈਗੀਆਂ ਨੇ, ਉਹ ਉਸ 3 ਅਵਸਥਾਵਾਂ ਜਿਹੜੀਆਂ ਹੁੰਦੀਆਂ ਨੇ ਉਹ ਸਮਾਪਤ ਹੋ ਜਾਂਦੀਆਂ ਨੇ। ਕਹਿਣ ਤੋਂ ਭਾਵ ਕਿ ਸਾਡੀ ਪਹੁੰਚ ਚੌਥੇ ਤੱਤ 'ਚ ਹੋ ਗਈ ਹੈ। ਫਿਰ ਇਹ ਜਿਹੜੀਆਂ ਅਵਸਥਾਵਾਂ ਹੈਗੀਆਂ ਨੇ ਉਹ ਸਾਨੂੰ ਪ੍ਰਭਾਵਿਤ ਨਹੀਂ ਕਰ ਸਕਦੀਆਂ। ਹੁਣ ਆਪ ਜੀ ਦੇਖੋ, ਜਦੋਂ ਬੱਚਾ ਪੈਦਾ ਹੁੰਦਾ ਉਹ ਕਿੱਦਾਂ ਦਾ ਸਰੀਰ ਹੁੰਦਾ,
ਮੁੜ ਕੇ ਸਰੀਰ ਵੇਖ ਲਓ ਬਦਲ ਜਾਂਦਾ, ਮੁੜ ਕੇ ਜਵਾਨੀ ਆ ਜਾਂਦੀ ਬੰਦੇ ਦੀ, ਹੌਲੀ ਹੌਲੀ ਜਵਾਨੀ ਆ ਜਾਂਦੀ। ਤੇ ਜਿਹੜਾ ਅੰਦਰ ਦਾ ਤੱਤ ਉਹ ਥੋੜੀ ਬਦਲਦਾ, ਉਹ ਤੇ ਉਸੇ ਤਰ੍ਹਾਂ ਹੀ ਰਹਿੰਦਾ। ਇਹ ਆ ਕਿ ਪੜ੍ਹਾਈ ਦੇ ਨਾਲ ਤੁਹਾਡੀ ਮੈਮਰੀ ਨੂੰ ਸਾਫ਼ ਕੀਤਾ ਜਾ ਸਕਦਾ ਹੈ, ਮੈਮਰੀ 'ਚ ਤੁਹਾਡੀ ਬੁੱਧੀ ਵੱਧ ਜੂਗੀ। ਬੁੱਧੀ ਤੋਂ ਕਹਿਣ ਤੋਂ ਭਾਵ ਕਿ ਤੁਸੀਂ ਤਰਕ ਆ ਸਕਦਾ, ਤੁਹਾਡੇ 'ਚ ਵਧੀਆ ਤਰਕ ਆ ਸਕਦਾ, ਕੋਈ ਚੀਜ਼ ਨੂੰ ਤੁਸੀਂ ਚੰਗੇ ਤਰੀਕੇ ਨਾਲ ਵੇਖ ਸਕਦੇ ਜੋ, ਚੰਗੀ ਮਸ਼ੀਨ ਬਣਾ ਸਕਦੇ ਜੋ। ਪਰ ਬੁੱਧੀ ਦੇ ਨਾਲ ਤੁਹਾਡੇ ਸੁਭਾਅ ਦੇ ਵਿੱਚ ਬਦਲਾਅ ਨਹੀਂ ਹੋਣਾ, ਕਿਉਂਕਿ ਬੁੱਧੀ ਤੇ ਇੱਕ ਮੈਮਰੀ ਹੈਗੀ ਹੈ। ਤੁਹਾਡੇ ਅੰਦਰ ਇੱਕ ਊਰਜਾ ਵਾ, ਤੁਹਾਡੇ ਸਿਰ ਦੇ ਵਿੱਚ, ਉਹਦੇ ਅੰਦਰ ਤੁਹਾਡੀਆਂ ਗੱਲਾਂ ਨੇ ਸਾਰੀਆਂ ਸਟੋਰ। ਹੁਣ ਜਿੱਦਾਂ ਕੋਈ ਚੀਜ਼ ਸਿੱਖ ਲਈ ਹੈ, ਉਹ ਤੇ ਇੱਕ ਮਸ਼ੀਨ ਨੇ ਸਿੱਖ ਲਈ ਨਾ ਅੰਦਰ ਮਸ਼ੀਨ। ਅਸਲ ਦੇ ਵਿੱਚ ਸਾਡਾ ਜਿਹੜਾ ਸੁਭਾਅ ਹੈ ਉਹ ਹੈ ਸਾਡਾ ਕਾਰਨ ਸਰੀਰ। ਬੁੱਧੀ ਸਾਡੇ ਕਾਰਨ ਸਰੀਰ ਨੂੰ ਨਹੀਂ ਬਦਲ ਸਕਦੀ। ਤੇ ਹੁਣ ਜਦੋਂ ਅਸੀਂ ਉਹੀ ਸਰੀਰ ਵੇਖ ਲਓ ਮੁੜ ਕੇ ਬੁੱਢਾ ਹੋ ਜਾਂਦਾ ਹੈ, ਤੇ ਬਚਪਨ ਵੀ ਹੈਗਾ ਸੀ ਤੇ ਮੁੜ ਕੇ ਬੁੱਢਾ ਹੋ ਗਿਆ, ਪਰ ਉਹਦੇ ਵਿੱਚ ਬਦਲਾਅ ਨਹੀਂ ਆਇਆ, ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ, ਅੱਗੇ ਤੁਰੇ ਹੀ ਜਾਣਾ। ਤੁਸੀਂ ਆਖਰ ਤੱਕ ਵੇਖੋਗੇ ਤੁਹਾਡੀ 70-80 ਸਾਲ ਉਮਰ ਹੋ ਜਾਊਗੀ, ਪਰ ਜਿਹੜਾ ਤੁਹਾਡੇ ਵਾਲਾ ਇਨਸਾਨ ਹੈ ਨਾ, ਜਿਹੜਾ ਅਸਲੀ ਇਨਸਾਨ ਹੈ, ਉਹ ਬਦਲੇਗਾ ਨਹੀਂ। ਉਹਨੂੰ ਇੱਕੋ ਹੀ ਤਰੀਕੇ ਨਾਲ ਬਦਲਿਆ ਜਾ ਸਕਦਾ, ਉਹ ਹੈ ਧਿਆਨ ਸਿਮਰਨ। ਜਦੋਂ ਆਪਾਂ ਚੌਥੇ ਪਦ 'ਚ ਪਹੁੰਚ ਜਾਂਦੇ ਹਾਂ, ਜਿਹੜਾ ਸਾਡੇ ਵਾਲਾ ਇਨਸਾਨ ਹੈ, ਜਿਹੜਾ ਅੰਦਰ ਹੈ, ਉਹ ਬਦਲ ਜਾਂਦਾ ਹੈ। ਔਰ ਧਿਆਨ ਸਿਮਰਨ ਦਾ ਮਤਲਬ ਇਹ ਹੈ, ਕਿਉਂਕਿ ਦੇਖੋ ਆਪਾਂ ਹੈਗੇ ਆ ਦ੍ਰਿਸ਼ਟਾ ਮਤਲਬ ਦੇਖਣ ਵਾਲੇ, ਪਰ ਅਗਿਆਨ ਵਸ 'ਚ ਆਪਾਂ ਕੀ ਹੋ ਗਿਆ ਵਾ, ਆਪਾਂ ਆਪਣੇ ਆਪ ਨੂੰ ਭੁੱਲ ਗਏ। ਆਪਾਂ ਦ੍ਰਿਸ਼ ਨੂੰ ਵੇਖਣਾ ਸ਼ੁਰੂ ਕਰਤਾ, ਦ੍ਰਿਸ਼ ਨੂੰ ਭਾਵ ਪ੍ਰਕਿਰਤੀ ਨੂੰ। ਆ ਜਿਹੜਾ ਤੁਹਾਨੂੰ ਦਿਖਾਈ ਦੇ ਰਿਹਾ ਹੈ, ਤੁਹਾਨੂੰ ਆਪਣੇ ਖੁਦ ਦੇ ਬਾਰੇ ਤੁਹਾਨੂੰ ਕੁਝ ਵੀ ਨਹੀਂ ਪਤਾ। ਤੁਹਾਨੂੰ ਇਹ ਪਤਾ ਕਿ ਇੰਡੀਆ ਦੇ ਵਿੱਚ ਕਿੰਨੀਆਂ ਸਿਟੀਆਂ ਨੇ, ਪਿੰਡ ਕਿੰਨੇ ਨੇ, ਕਿਹੜੀ ਸਰਕਾਰ ਚੱਲਣ ਦੀ ਆ, ਘਰ 'ਚ ਕਿੰਨੇ ਕਿਸਮ ਦਾ ਸਮਾਨ ਆ, ਸੋਫਾ ਪਿਆ ਹੈ, ਤੁਹਾਨੂੰ ਬਾਹਰ ਦੀਆਂ ਚੀਜ਼ਾਂ ਦਾ ਪਤਾ ਹੈ। ਤੁਹਾਨੂੰ ਇਸ ਤੋਂ ਇਲਾਵਾ ਤੁਹਾਨੂੰ ਖੁਦ ਦੇ ਬਾਰੇ ਤੁਹਾਨੂੰ ਕੋਈ ਗਿਆਨ ਨਹੀਂ ਹੈਗਾ। ਤੁਸੀਂ ਜ਼ੀਰੋ ਜੋ ਆ ਆਪਣੇ ਆਪ ਨੂੰ ਜਾਣਨ ਵਿੱਚ। ਔਰ ਇਹ ਜਿਹੜੀ ਦੌੜ ਆ, ਇਹ ਇਸੇ ਤਰ੍ਹਾਂ ਇਨਸਾਨ ਜਿਹੜਾ ਆਪਣਾ ਸਾਰਾ ਜੀਵਨ ਜਿਹੜਾ ਵਾ ਉਹਨੂੰ ਸਾਈਡ ਤੇ ਲਾ ਦਿੰਦਾ ਹੈ, ਔਰ ਬੰਦੇ ਤੱਕ ਧਿਆਨ ਆਪਣੇ ਆਪ ਤੇ ਜਾਂਦਾ ਹੀ ਨਹੀਂ। ਧਿਆਨ ਸਿਮਰਨ ਕੀ ਹੈ? ਦੇਖੋ ਅਸੀਂ ਤੇ ਜਿਹੜੇ ਵਿਚਾਰ ਆ ਨਾ, ਉਹਨਾਂ ਦੇ ਵਿੱਚ ਜ਼ਿਆਦਾ ਗੈਪ ਨਹੀਂ ਹੈਗਾ, ਬਹੁਤ ਲਾਗੇ ਆ ਆਪਾਂ। ਤੁਸੀਂ ਸ਼ੁਰੂ 'ਚ ਕੋਸ਼ਿਸ਼ ਕਰੋਗੇ ਨਾ, ਤੇ ਤੁਸੀਂ ਵੇਖੋਗੇ ਤੁਹਾਨੂੰ ਵਿਚਾਰ ਹੀ ਅੰਦਰ ਮਿਲਣੇ ਨੇ, ਤੁਹਾਡਾ ਅਸਲੀ ਰੂਪ ਜਿਹੜਾ ਹੈਗਾ ਉਹ ਤੁਹਾਨੂੰ ਦਿਖਾਈ ਨਹੀਂ ਦੇਣਾ। ਪਰ ਜੇ ਤੁਸੀਂ ਧਿਆਨ ਸਿਮਰਨ ਕਰੀ ਜਾਂਦੇ ਜੋ 10-15 ਦਿਨ ਕਰਦੇ ਜੋ, ਹੌਲੀ ਹੌਲੀ ਕਰਕੇ ਤੁਹਾਨੂੰ ਗਿਆਨ ਹੋਣ ਲੱਗ ਪੈਣਾ ਕਿ ਇਹ ਜਿਹੜੇ ਵਿਚਾਰ ਆ ਅਸਲ 'ਚ ਮੈਂ ਨਹੀਂ ਹੈਗਾ, ਮੈਂ ਤੇ ਕੇਵਲ ਇਹਨਾਂ ਨੂੰ ਵੇਖਣ ਵਾਲਾ ਵਾਂ। ਇਹ ਜਿਹੜੀ ਗੇਮ ਹੈਗੀ ਹੈ, ਇੱਕ ਹੈਗੀ ਮਨ ਦੀ ਗੇਮ ਤੇ ਬੁੱਧੀ ਦੀ ਗੇਮ। ਪਰ ਇਹ ਹੈ ਕਿ ਮੈਂ ਜਿੱਦਾਂ ਕਿ ਸ਼ੀਸ਼ਾ ਵਾਂ, ਸ਼ੀਸ਼ੇ ਦੇ ਸਾਹਮਣੇ ਵੇਖੋ ਕੋਈ ਫੋਟੋ ਵੇਖ ਲਈ ਆ ਕੇ, ਤੇ ਸ਼ੀਸ਼ੇ ਨੂੰ ਭਰਮ ਪੈ ਜਾਂਦਾ ਕਿ ਇਹ ਫੋਟੋ ਮੇਰੀ ਹੈ, ਔਰ ਉਸੇ ਕਰਕੇ ਸ਼ੀਸ਼ਾ ਪਰੇਸ਼ਾਨ ਹੈ। ਜਦ ਕਿ ਸ਼ੀਸ਼ਾ ਜਿਹੜਾ ਹੈਗਾ, ਸ਼ੀਸ਼ਾ ਕੇਵਲ ਫੋਟੋ ਨੂੰ ਦਿਖਾ ਰਿਹਾ ਹੈ, ਸ਼ੀਸ਼ੇ ਦੇ ਵਿੱਚ ਫੋਟੋ ਟਿਕਦੀ ਨਹੀਂ ਹੈ। ਇਸੇ ਤਰ੍ਹਾਂ ਜਿਹੜੀ ਆਤਮਾ ਹੈ, ਆਤਮਾ ਦੇ ਵਿੱਚ ਕੁਝ ਨਹੀਂ ਟਿਕਦਾ। ਆਪਾਂ ਦੁਖੀ ਕਿਉਂ ਆ? ਕਿਉਂਕਿ ਆਪਣੇ ਮਨ ਦੇ ਅੰਦਰ ਜਿਹੜਾ ਬੀਤਿਆ ਜੀਵਨ ਆ, ਉਹ ਫਾਲਤੂ ਦੀਆਂ ਗੱਲਾਂ ਘੁੰਮ ਰਹੀਆਂ। ਵਰਤਮਾਨ ਕਾਲ ਜਿਹੜਾ ਸਾਡਾ ਸੁਭਾਅ ਹੈ, ਹੁਣ ਕਹਿੰਦੇ ਸੱਚ ਚਿੱਤ ਆਨੰਦ ਆ ਜੀ। ਪਰ ਅਸੀਂ ਜਦੋਂ ਪਿਛਲੇ ਬੰਨੇ ਜਾਂਦੇ ਆ, ਬੀਤੇ ਸਮੇਂ 'ਚ ਜਾਂਦੇ ਆ, ਉਹਦੇ ਨਾਲ ਕੀ ਹੁੰਦਾ ਕਿ ਸਾਡਾ ਜਿਹੜਾ ਆਨੰਦ ਆ ਉਹਦੇ ਨਾਲ ਹੀ ਟੁੱਟ ਜਾਂਦੇ। ਹੁਣ ਸਾਧਨਾ ਦੇ ਵਿੱਚ ਜਦੋਂ ਤੁਸੀਂ ਅੰਤਰ ਧਿਆਨ ਹੁੰਦੇ ਜੋ, ਤੁਹਾਨੂੰ ਸਮਾਧੀ ਪ੍ਰਾਪਤ ਹੋ ਜਾਂਦੀ ਹੈ, ਨਿਰਵਿਚਾਰ ਸਮਾਧੀ। ਉਹ ਨਿਰਵਿਚਾਰ ਸਮਾਧੀ ਕਿ ਉਹ ਸਾਡਾ ਹੀ ਰੂਪ ਆ, ਸਾਨੂੰ ਉੱਥੇ ਕੁਝ ਪ੍ਰਾਪਤ ਨਹੀਂ ਹੁੰਦਾ। ਕੇਵਲ ਅਸੀਂ ਆਪਣੇ ਸਰੂਪ ਨੂੰ ਆਉਂਦੇ ਹਾਂ, ਵੇਖਦੇ ਹਾਂ, ਉਹਦੇ 'ਚ ਸਥਿਤ ਹੁੰਦੇ ਹਾਂ, ਉਸੇ ਚੀਜ਼ ਦੇ ਨਾਲ ਸਾਨੂੰ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਸੋ ਜਿਹੜੀ ਸਾਧਨਾ ਜਿਹੜੀ ਹੈਗੀ ਆ, ਉਹ ਕੇਵਲ ਹੈ ਤੁਰਿਆ ਅਵਸਥਾ ਨੂੰ ਪ੍ਰਾਪਤ ਕਰ ਲੈਣਾ। ਜਾਣਨਾ ਨਹੀਂ, ਜਾਣਨਾ ਤੇ ਬਹੁਤ ਆਸਾਨ ਹੈ। ਤੁਸੀਂ ਕਿਤਾਬ ਪੜ੍ਹ ਲਓ, ਦੁਨੀਆ ਭਰ ਦੇ ਗ੍ਰੰਥ ਹੈਗੇ ਆ। ਉਹ ਕਿਤਾਬ ਪੜ੍ਹਨ ਦੇ ਨਾਲ, ਜਿੱਦਾਂ ਹੁਣ ਇੱਕ ਮੈਨੂੰ ਤੁਸੀਂ ਗੁੜ ਦੀ ਢੇਲੀ ਦੇ ਦਿਓ, ਤੇ ਉਹਦਾ ਮੈਂ ਸਵਾਦ ਮੈਂ ਅਨੁਭਵ ਕਰ ਸਕਦਾ। ਜੇ ਮੈਂ ਦੱਸਣ ਦੀ ਕੋਸ਼ਿਸ਼ ਕਰੂੰਗਾ, ਦੱਸਣ ਦਾ ਵਿਸ਼ਾ ਨਹੀਂ ਹੈਗਾ। ਇਸੇ ਲਈ ਆਤਮ ਗਿਆਨ ਜਿਹੜਾ ਅਨੁਭਵ ਦਾ ਵਿਸ਼ਾ ਹੈ। ਕਿਤਾਬਾਂ ਦੇ ਵਿੱਚ ਉਹ ਚੀਜ਼ ਨੂੰ ਐਕਸਪਲੇਨ ਨਹੀਂ ਕੀਤਾ ਜਾ ਸਕਦਾ, ਔਰ ਜੇ ਕੋਈ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹ ਬੰਦਾ ਬੇਵਕੂਫ ਹੈ। ਕੈਨੋਟ। ਹੁਣ ਤੁਸੀਂ ਇੱਕ ਅੰਬ ਦਾ ਸਵਾਦ ਦੱਸ ਸਕਦੇ ਜੋ ਖਾਧੇ ਬਿਨਾਂ? ਦੱਸਣ ਦੀ ਲੋੜ ਹੀ ਨਹੀਂ ਹੈ, ਬਸ ਇੱਕ ਪੀਸ ਅਗਲੇ ਨੂੰ ਦੇ ਦਿਓ।
ਉਹਨੇ ਦੇ ਦੇਣਾ ਜਵਾਬ ਕਿ ਮੈਨੂੰ ਪਤਾ ਲੱਗ ਗਿਆ ਕਿ ਅੰਬ ਦਾ ਸਵਾਦ ਕਿੱਦਾਂ। ਬਾਕੀ ਜੇ ਤੁਸੀਂ ਪੜ੍ਹਾਈ ਜਾਓ ਕਿਤਾਬਾਂ, ਟੀਵੀ ਵਿਖਾਈ ਜਾਓ, ਫੋਟੋਆਂ ਵਿਖਾਈ ਜਾਓ, ਐਲਬਮ ਵਿਖਾਈ ਜਾਓ, ਕਿ ਉਹਨੂੰ ਪਤਾ ਲੱਗੂਗਾ ਕਿ ਅੰਬ ਦਾ ਸਵਾਦ ਕਿਸੇ ਕਰਨਾ ਪੈਣਾ। ਤੁਰਿਆ ਅਵਸਥਾ 'ਚ ਤੁਸੀਂ ਜਾਣਾ ਹੈ ਔਰ ਉਸ ਚੀਜ਼ ਨੂੰ ਖੁਦ ਅਨੁਭਵ ਕਰਨਾ। ਜੋ ਸਾਡਾ ਮਕਸਦ ਹੈਗਾ ਹੈ ਨਾ, ਸਾਡਾ ਮਕਸਦ ਹੈ ਕੇਵਲ ਤੁਹਾਨੂੰ ਦੱਸਣਾ। ਮੈਂ ਕਿਤੇ ਨਹੀਂ ਤੁਹਾਨੂੰ ਕਹਿੰਦਾ ਕਿ ਤੁਸੀਂ ਮੰਨੋ ਜਾਂ ਨਾ ਮੰਨੋ, ਇਹ ਕੋਸ਼ਿਸ਼ ਕਰਦਾ ਮੈਂ ਤੁਹਾਨੂੰ ਕਲੀਅਰ ਕਰਕੇ ਚੀਜ਼ ਸਮਝਾ ਦੇਵਾਂ, ਦੱਸ ਦੇਵਾਂ। ਉਸ ਤੋਂ ਬਾਅਦ ਕਰਨਾ ਜਾਂ ਨਹੀਂ ਕਰਨਾ ਉਹ ਤੁਹਾਡਾ ਫੈਸਲਾ ਹੈ, ਉਹ ਮੈਂ ਇੰਟਰਫੇਰੈਂਸ ਨਹੀਂ ਕਰ ਸਕਦਾ, ਕਿਉਂਕਿ ਤੁਹਾਡਾ ਜੀਵਨ ਹੈ, ਤੁਹਾਡਾ ਨਿੱਜੀ ਜੀਵਨ ਹੈ, ਤੁਸੀਂ ਕਿੱਦਾਂ ਚਲਾਉਣਾ ਇਹ ਡਿਸੀਜਨ ਤੁਹਾਡਾ ਹੋਣਾ ਚਾਹੀਦਾ, ਕਿ ਕਿਸੇ ਦੇ ਕਹਿਣ ਤੇ ਨਹੀਂ ਚੱਲਣਾ ਚਾਹੀਦਾ। ਇਹੋ ਹੀ ਹੈ ਸਾਡੀ ਕੋਸ਼ਿਸ਼ ਕਿ ਤੁਸੀਂ ਆਪ ਉਸ ਚੀਜ਼ ਨੂੰ ਦੇਖ ਲਓ, ਉਸ ਚੀਜ਼ ਨੂੰ ਸਮਝ ਲਓ, ਉਸ ਤੋਂ ਬਾਅਦ ਤੁਰਨਾ ਜਾਂ ਨਹੀਂ ਤੁਰਨਾ ਉਹ ਤੁਹਾਡਾ ਫੈਸਲਾ ਹੋਣਾ ਚਾਹੀਦਾ, ਨਾ ਕਿ ਕਿਸੇ ਹੋਰ ਦਾ, ਕਿਉਂਕਿ ਚੱਲਣਾ ਤੁਸੀਂ ਹੈ। ਜ਼ਬਰਦਸਤੀ ਤੁਹਾਨੂੰ ਕਿਸੇ ਛੋਟੇ ਮੋਟੇ ਕੰਮ ਨੂੰ ਤੇ ਲੈ ਕੇ ਕਰਨ ਵਾਸਤੇ ਤੇ ਸਮਝਾਇਆ ਜਾ ਸਕਦਾ ਹੈ, ਪਰ ਤੁਹਾਨੂੰ ਆਤਮ ਗਿਆਨ ਵਾਲੀ ਅਵਸਥਾ 'ਚ ਨਹੀਂ ਲੈ ਕੇ ਜਾਇਆ ਜਾ ਸਕਦਾ। ਇਸ ਉਹ ਟੋਟਲੀ ਤੁਹਾਡਾ ਡਿਸੀਜਨ ਹੈ ਔਰ ਤੁਸੀਂ ਲੈਣਾ। ਸੋ ਅੱਜ ਵਿਵੇਕ ਬੁੱਧੀ ਦਾ ਕਲੀਅਰ ਹੋ ਗਿਆ, ਤੁਰਿਆ ਅਵਸਥਾ ਦਾ ਕਲੀਅਰ ਹੋ ਗਿਆ, ਤੇ ਹੁਣ ਠੀਕ ਹੈ ਗਿੱਲ ਸਾਹਿਬ, ਤੁਸੀਂ ਆ ਜਾਓ ਮਾਈਕ ਤੇ। ਠੀਕ ਆ ਵੀਰ ਜੀ। ਹਾਂਜੀ ਸੰਗਤ ਜੀ, ਹੁਣ ਆਪਾਂ ਵਿਚਾਰ ਕਰਦੇ ਹਾਂ ਸ਼ਲੋਕ ਦੀ। ਇਹ ਸ਼ਲੋਕ 'ਚ ਇਹੀ ਆ ਵੀ ਤੇਰੀ ਸਿਫਤ ਸਲਾਹ ਕਿਵੇਂ ਕੀਤੀ ਜਾਵੇ ਜੇ ਤੇਰਾ ਨਾਮ ਲੈਣਾ। ਅਲਟੀਮੇਟਲੀ ਸਾਡਾ ਜੋ ਪ੍ਰਾਪਤੀ ਹੈ ਤਾਂ ਨਾਮ ਮਨ ਵਿੱਚ ਵਸਾਉਣ ਦਾ। ਤੋ ਨਾਮ ਜਦੋਂ ਕਿਸੇ ਪ੍ਰਮਾਤਮਾ ਨੂੰ ਜਾਣਦੇ ਹੀ ਨਹੀਂ ਤੇ ਉਹਦਾ ਨਾਮ ਕਿਵੇਂ ਮਨ ਵਸਾਵਾਂਗੇ, ਉਹਦੇ ਬਾਰੇ ਪਹਿਲੇ ਸ਼ਲੋਕ ਵਿੱਚ ਆਪਾਂ ਵਿਚਾਰ ਕਰਾਂਗੇ। ਸੋ ਪਹਿਲੀ ਤੁਕ ਹੈ, ਹੋਰ ਸ਼ਰੀਕ ਹੋਵੇ ਕੋਈ ਤੇਰਾ ਤਿਸ ਅੱਗੇ ਤੁਧ ਆਖਾਂ। ਬਾਣੀ ਕਹਿ ਰਹੀ ਹੈ ਵੀ ਤੂੰ ਜਦੋਂ ਕੱਲਾ ਹੀ ਆ, ਤੇਰਾ ਕੋਈ ਸ਼ਰੀਕ ਵੀ ਨਹੀਂ ਹੈ, ਤੇ ਤੈਨੂੰ ਮੈਂ ਕਿਸ ਤਰ੍ਹਾਂ ਆਖਾਂ, ਤੇਰੀ ਵਡਿਆਈ ਕਿਸ ਤਰ੍ਹਾਂ ਕਹਾਂ, ਤੇਰੇ ਗੁਣ ਕਿਸ ਤਰ੍ਹਾਂ ਗਾਵਾਂ, ਵੀ ਤੇਰੇ ਵਰਗਾ ਕੋਈ ਹੈ ਹੀ ਨਹੀਂ ਹੈ। ਤੇ ਅਗਲੀ ਤੁਕ 'ਚ ਦੱਸਿਆ ਹੈ, ਤੁਧ ਅੱਗੇ ਤੁਦੇ ਸਲਾਹੀ ਮੈਂ ਅੱਧੇ ਨੌ ਸਜਾਖਾ, ਵੀ ਤੇਰੇ ਅੱਗੇ, ਤੇਰੇ ਮੂਹਰੇ, ਤੇਰੇ ਸਾਹਮਣੇ ਤੇਰੀ ਕਿਸ ਤਰ੍ਹਾਂ ਮੈਂ ਸਲਾਹ ਕਰਾਂ, ਸਿਫਤ ਸਲਾਹ ਕਰਾਂ, ਤੇਰੇ ਗੁਣ ਗਾਵਾਂ, ਕਿ ਮੈਂ ਤਾਂ ਅੱਧਾ, ਮੈਨੂੰ ਪਤਾ ਹੀ ਨਹੀਂ ਹੈਗਾ। ਤੇ ਅਗਰ ਮੈਨੂੰ ਪਤਾ ਹੋਵੇ, ਮੈਂ ਸਜਾਖਾ ਹੋਵਾਂ, ਸਜਾਖਾ ਹੋ ਕੇ ਨਾਮ ਲਵਾਂ, ਤਾਂ ਫੇਰ ਹੀ ਹੋ ਸਕਦਾ। ਸੋ ਸੰਗਤ ਜੀ, ਆਪਾਂ ਸਿਫਤ ਸਲਾਹ ਬਾਰੇ ਬਾਣੀ ਦੀਆਂ 3-4 ਤੁਕਾਂ ਲਵਾਂਗੇ ਵੀ ਸਿਫਤ ਸਲਾਹ ਹੈ ਕੀ ਚੀਜ਼। ਸਿਫਤ ਸਲਾਹ ਬਾਣੀ ਵਿੱਚ ਬਹੁਤ ਵਾਰੀ ਆਇਆ, ਕਈ ਵਾਰੀ ਇਕੱਲਾ ਸਿਫਤ ਆਇਆ ਜਾਂ ਸਿਫਤੀ ਆਇਆ, ਕਈ ਵਾਰੀ ਸਲਾਹੀ ਆਇਆ ਜਾਂ ਸਲਾਹ ਆਇਆ, ਕਈ ਵਾਰੀ ਦੋਨੇ ਆਇਆ। ਤਾਂ ਮਤਲਬ ਉਹਦਾ ਇੱਕੋ ਹੀ ਹੈਗਾ। ਬਾਣੀ ਦੱਸਦੀ ਹੈ, ਵਾਹ ਵਾਹ ਕਰ ਪ੍ਰਭ ਸਲਾਈਆ ਤਿਸ ਜੇਵੜ ਅਵਰ ਨਾ ਕੋਈ, ਕਿ ਉਹਨੂੰ ਸਲਾਹ ਕਰਨਾ ਤਾਂ ਉਹਦੀ ਵਾਹ ਵਾਹ ਕਰੋ, ਯਾਨੀ ਵਾਹਿਗੁਰੂ ਵਾਹਿਗੁਰੂ ਕਰੋ, ਉਹਦਾ ਨਾਮ ਜਪੋ। ਇਹੀ ਤਰੀਕਾ ਹੈਗਾ ਉਹਦੀ ਸਿਫਤ ਸਲਾਹ ਕਰਨ ਦਾ। ਦੂਸਰਾ ਬਾਣੀ ਕਹਿੰਦੀ ਹੈ, ਕਿਸ ਸੇਵੀ ਕਿਸ ਸਲਾਹੀ ਸਤਿਗੁਰ ਸੇਵੀ ਸ਼ਬਦ ਸਲਾਹੀ। ਉਹਨੂੰ ਸਿਰਫ ਉਹਦੇ ਸ਼ਬਦ ਦੇ ਨਾਲ ਹੀ, ਉਹਦਾ ਨਾਮ ਜਪਣ ਨਾਲ ਹੀ ਉਹਨੂੰ ਅਸੀਂ ਸਲਾਹ ਸਕਦੇ ਹਾਂ। ਤੇ ਤੀਸਰਾ ਹੈਗਾ, ਵਿਨ ਡਿੱਠਾ ਕਿਆ ਸਲਾਈਆ ਅੰਧਾ ਅੰਧ ਕਮਾਏ। ਜਿਵੇਂ ਉੱਪਰਲੀ ਤੁਕ ਵਿੱਚ ਹੈ ਕਿ ਤੂੰ ਤਾਂ ਦੀਦਾ ਹੀ ਨਹੀਂ ਹੈਗਾ, ਕਿ ਆ ਜਾਂ ਤੈਨੂੰ ਕਿਵੇਂ ਸਿਫਤ ਸਲਾਹ ਕੀਤਾ ਜਾਏ। ਤਾਂ ਉਸ ਤੋਂ ਪਹਿਲਾਂ ਉਸ ਨੂੰ ਮਤਲਬ ਦੇਖਣਾ ਪਊ, ਉਹਦੇ ਸਤਿਗੁਰ ਦੇ ਦਰਸ਼ਨ ਕਰਨੇ ਪੈਣਗੇ। ਸੁਣ ਵੱਡਾ ਆਖੇ ਸਭ ਕੋਈ, ਕੇਵੜ ਵੱਡਾ ਡੀਠਾ ਹੋਈ। ਹੁਣ ਸਾਰੀ ਦੁਨੀਆ ਕਹਿੰਦੀ ਹੈ ਕਿ ਪ੍ਰਮਾਤਮਾ ਬਹੁਤ ਵੱਡਾ, ਸਭ ਤੋਂ ਵੱਡਾ ਹੈਗਾ, ਸਾਰੇ ਕੰਮ ਕਰਦਾ, ਪਰ ਉਹ ਕਹੀ ਤਾਂ ਜਾਂਦੇ ਆ, ਪਰ ਪਤਾ ਕਿਵੇਂ ਲੱਗੂ? ਕੇਵੜ ਵੱਡਾ ਡੀਠਾ ਹੋਏ, ਉਹ ਉਹਦੇ ਦਰਸ਼ਨ ਕਰਕੇ ਹੀ ਪਤਾ ਲੱਗ ਸਕਦਾ ਹੈਗਾ। ਤੇ ਉਹ ਕਿੱਦਾਂ ਹੈਗਾ, ਦਰਸ਼ਨ ਕਿਵੇਂ ਕਰਨੇ ਆ? ਉਹ ਸਿਫਤ ਸਲਾਹ ਨਾਲ। ਸਿਫਤ ਸਲਾਹ ਕਿਵੇਂ ਕਰਨੀ ਆ? ਨਾਮ ਦੀ ਕਮਾਈ ਕਰਨ ਨਾਲ। ਅਦਿਸ਼ਟ ਦਿਸੇ ਤਾਂ ਕਿਹਾ ਜਾਏ, ਤਾਂ ਉਹਦੇ ਬਾਰੇ ਕੁਝ ਵੀ ਕਹਿਣਾ ਹੈਗਾ, ਪਹਿਲਾਂ ਉਹਦੇ ਦਰਸ਼ਨ ਕਰਨੇ ਪੈਣਗੇ, ਉਹਦੇ ਪ੍ਰਕਾਸ਼ ਰੂਪੀ ਦਰਸ਼ਨ ਸਤਿਗੁਰ ਦੇ, ਪਰਮਾਤਮਾ ਦੇ, ਫੇਰ ਹੀ ਉਹਦੇ ਬਾਰੇ ਕੁਝ ਕਹਿ ਸਕਦੇ ਆ, ਫੇਰ ਹੀ ਸਾਡਾ ਅਗਿਆਨ ਦੂਰ ਹੋ ਸਕਦਾ।
ਫੇਰ ਹੀ ਉਹਦਾ ਨਾਮ ਜਪ ਸਕਦੇ ਹਾਂ। ਜਿਹੜਾ ਨਾਮ ਮਨ ਵਿੱਚ ਵਸਾਉਣਾ ਸਭ ਤੋਂ ਪਹਿਲਾਂ ਹੈ ਕਿ ਉਹਦੀ ਸਿਫਤ ਸਲਾਹ ਕਰਕੇ ਉਹਦਾ ਨਾਮ ਜਪ ਕੇ ਸਤਿਗੁਰੂ ਦੀ ਕਿਰਪਾ ਦੇ ਨਾਲ, ਸਤਿਗੁਰੂ ਨੂੰ ਦੋ ਤਰੀਕਿਆਂ ਨਾਲ ਹੀ ਅਸੀਂ ਨਾਮ ਨੂੰ ਪ੍ਰਾਪਤ ਕਰ ਸਕਦੇ ਹਾਂ, ਬੰਦਗੀ ਤੇ ਸਤਿਗੁਰ ਦੀ ਬਖਸ਼ਿਸ਼। ਜਦੋਂ ਸਾਡੀ ਬੰਦਗੀ ਪੂਰੀ ਹੋ ਜੂਗੀ ਸ਼ਰਮਖੰਡ ਦੇ ਵਿੱਚ, ਫਿਰ ਉਹ ਸਤਿਗੁਰੂ, ਅਗਰ ਸਤਿਗੁਰੂ ਨੇ ਸਾਡੀ ਬੰਦਗੀ ਕਬੂਲ ਕਰ ਲਈ ਤੇ ਫਿਰ ਸਤਿਗੁਰੂ ਬਖਸ਼ਿਸ਼ ਕਰ ਦੇਵੇਗਾ, ਆਪਣਾ ਕਰਮ ਕਰ ਦੇਵੇਗਾ। ਫਿਰ ਅਸੀਂ ਕਰਮ ਖੰਡ ਵਿੱਚ ਆ ਜਾਵਾਂਗੇ। ਉਹਦਾ ਨਾਮ ਪ੍ਰਾਪਤ ਕਰਨ ਤੋਂ ਬਾਅਦ ਫਿਰ ਹੀ ਅਸੀਂ ਹੋਰ ਉਹਦੀ ਭਗਤੀ ਕਰਕੇ, ਕਿਉਂਕਿ ਜਦੋਂ ਸਾਨੂੰ ਨਾਮ ਪ੍ਰਾਪਤ ਹੋ ਗਿਆ ਉਦੋਂ ਗਿਆਨ ਦੀ ਪ੍ਰਾਪਤੀ ਹੋ ਜੂ, ਸੁਰਤ ਮਤ ਬੁੱਧ ਉਹ ਸਾਡੀ ਉੱਚੀ ਹੋ ਜੂਗੀ ਤੇ ਭਾਈ ਪ੍ਰੇਮ ਸਾਨੂੰ ਮਿਲ ਜੂ। ਉਹ ਪ੍ਰੇਮ ਨਾਲ ਅਸੀਂ ਉਹਦੀ ਭਗਤੀ ਕਰਾਂਗੇ, ਫੇਰ ਹੀ ਉਹਦੇ ਵਿੱਚ ਸਮਾ ਸਕਦੇ ਹਾਂ। ਤੋ ਇਹ ਸਲਾਹ, ਸਿਫਤ ਸਲਾਹ ਕਿਵੇਂ ਕਰਨੀ ਹੈ, ਕਿਵੇਂ ਪਾਉਣਾ, ਇਹ ਦੱਸਿਆ। ਬਾਕੀ ਗੁਰਖੀ ਸਾਹਿਬ ਇਹਦੇ ਬਾਰੇ ਹੋਰ ਚਾਨਣਾ ਪਾਉਣਗੇ। ਹਾਂਜੀ ਠੀਕ ਹੈ ਗਿੱਲ ਸਾਹਿਬ। ਹੋਰ ਸ਼ਰੀਕ ਹੋਵੇ ਕੋਈ ਤੇਰਾ ਤਿਸ ਆਗੇ ਤੁਧ ਆਖਾਂ, ਤੇ ਉਹ ਕਹਿੰਦੇ ਕਿ ਤੇਰੀ, ਮੇਰੇ ਪਿਤਾ ਤੇਰੇ ਬਰਾਬਰ ਜਾਂ ਤੇਰੇ ਵਰਗਾ ਜਾਂ ਤੇਰੇ ਤੋਂ ਇਲਾਵਾ ਕੋਈ ਹੋਵੇ ਤੇ ਮੈਂ ਉਹਨੂੰ ਕਹਿ ਵੀ ਸਕਦਾ। ਤੇ ਇਹ ਇੱਕ ਸਰਵ ਵਿਆਪਕ ਕੇਵਲ ਇੱਕੋ ਹੀ ਸ਼ਕਤੀ ਹੈ, ਹਨਾ। ਹਾਂਜੀ। ਤੇ ਅਗਲੀ ਤੋਂ ਬੋਲੋ, ਤੁਧ ਆਗੇ ਤੁਧ ਅੱਗੇ ਤੁਦੇ ਸਲਾਹੀ, ਕਿ ਮੈਂ ਤੇਰੇ ਅੱਗੇ ਹੀ ਤੇਰੀ ਸਿਫਤ ਸਲਾਹ ਕਰ ਸਕਦਾ। ਮੈਂ ਅੰਧੇ ਨਾਮ ਸਜਾਖਾ, ਵੀ ਤੇ ਤੁਧ ਅੱਗੇ ਤੁਦੇ ਸਲਾਹੀ, ਵੀ ਤੈਨੂੰ ਪਹਿਲਾਂ ਪਤਾ ਤਾਂ ਲੱਗ ਜਾਏ, ਤੇਰੇ ਮੈਂ ਸਾਹਮਣੇ ਤਾਂ ਆ ਜਾ, ਤੂੰ ਮੈਨੂੰ ਦਿਸਦਾ ਪਵੇਂ, ਫੇਰ ਹੀ ਤੇਰੀ ਸਲਾਹ ਸਿਫਤ ਸਲਾਹ ਹੋ ਸਕਦੀ ਆ। ਤੇ ਮੈਂ ਤਾਂ ਗਿਆਨੀ ਆ ਹੁਣ, ਫੇਰ ਹੀ ਤੇਰਾ ਨਾਮ ਪ੍ਰਾਪਤ ਕਰਕੇ ਫੇਰ ਹੀ ਸਜਾਖਾ ਹੋ ਸਕਦਾ। ਹਾਂਜੀ ਠੀਕ ਹੈ ਜੀ, ਠੀਕ ਹੈ। ਤੇ ਕਹਿੰਦੇ ਤੁਧ ਆਗੇ ਤੁਧ ਸਲਾਹੀ, ਮੈਂ ਅੰਧੇ ਨਾਮ ਸੁਜਾਖਾ। ਕੀ ਮਤਲਬ, ਮੈਂ ਅੰਨਾ ਵਾਂ ਤੇ ਮੇਰਾ ਨਾਮ ਸੁਜਾਖਾ ਵਾ? ਨਹੀਂ ਜੀ, ਮੈਂ ਹੁਣ ਅੰਧਾ ਗਿਆਨੀ ਆ, ਕਿਉਂਕਿ ਮੈਂ ਤੇਰੇ ਬਾਰੇ ਜਾਣਦਾ ਹੀ ਨਹੀਂ। ਅਗਰ ਤੇਰੀ ਸਿਫਤ ਸਲਾਹ ਕਰਕੇ ਤੇਰੇ ਦਰਸ਼ਨ ਪ੍ਰਾਪਤ ਕਰ ਲੂੰਗਾ, ਤੇਰਾ ਨਾਮ ਪ੍ਰਾਪਤ ਕਰ ਲੂੰਗਾ, ਫੇਰ ਹੀ ਮੈਂ ਸਜਾਖਾ ਹੋ ਸਕਦਾ। ਨਾਮ ਮੰਨੇ ਦੀ ਆਪਾਂ ਵਿਚਾਰ ਕਰ ਰਹੇ ਹਾਂ। ਫੇਰ ਹੀ ਨਾਮ ਮੰਨੇ ਦਾ ਮਤਲਬ, ਨਾਮ ਜਦੋਂ ਸਾਡੇ ਨਾਮ ਹਿਰਦੇ ਵਿੱਚ ਆ ਜਾਏਗਾ, ਨਾਮ ਪਦਾਰਥ ਜਾਂ ਨਾਮ ਰਤਨ ਉਹਦੀ ਪ੍ਰਾਪਤੀ ਹੋ ਜਾਊਗੀ, ਫੇਰ ਹੀ ਅਸੀਂ ਸਜਾਖੇ ਹੋਵਾਂਗੇ। ਸਾਡੀਆਂ ਅੱਖਾਂ ਲੋਇਨ ਉਹ, ਜਿਹਦੇ ਨਾਲ ਤੇਰਾ ਦਰਸ਼ਨ ਕਰ ਸਕਾਂ, ਤੇਰੇ ਪ੍ਰਕਾਸ਼ ਰੂਪ ਦਾ, ਫੇਰ ਹੀ ਮੈਂ ਸਜਾਖਾ ਹੋ ਸਕਦਾ, ਫੇਰ ਹੀ ਤੈਨੂੰ ਸਲਾਹ ਸਕਦਾ ਹੈਗਾ। ਠੀਕ ਹੈ ਜੀ, ਅਗਲੀ ਤੁਕ ਬੋਲੋ ਜੀ ਹੁਣ। ਜੇਤਾ ਆਖਣ ਸਾਹੀ ਸ਼ਬਦੀ, ਭਾਖਿਆ ਪਾਏ ਸਫਾਈ। ਇਸ ਤੋਂ ਬਿਨਾਂ ਅਗਰ ਕੁਝ ਆਖਣਾ ਤੇਰੇ ਬਾਰੇ, ਤੇਰੀ ਸਿਫਤ ਸਲਾਹ ਕਰਨੀ, ਸ਼ਬਦਾਂ ਦੇ ਵਿੱਚ ਸਿਫਤ ਸਲਾਹ ਕਰਨੀ, ਉਹ ਜਿੰਨਾ ਚਿਰ ਸਾਡੀ ਉਹ ਬੋਲੀ, ਭਾਖਿਆ ਦਾ ਮਤਲਬ ਬੋਲੀ, ਪਾਏ ਸਫਾਈ, ਜਿੰਨਾ ਚਿਰ ਸਾਨੂੰ ਉਹ ਪ੍ਰੇਮ ਦੀ ਪ੍ਰਾਪਤੀ ਨਹੀਂ ਹੁੰਦੀ, ਦੁਨੀਆ ਦੇ ਭਾਵ ਖਤਮ ਨਹੀਂ ਹੁੰਦੇ ਤੇ ਤੇਰਾ ਭਾਵ ਪ੍ਰਾਪਤ ਨਹੀਂ ਹੁੰਦਾਗਾ, ਉਹਨਾਂ ਚਿਰ ਅਸੀਂ ਉਸ ਨੂੰ ਸਿਰਫ ਸ਼ਬਦਾਂ ਦੇ ਵਿੱਚ ਹੀ, ਜਿਵੇਂ ਵਾਹਿਗੁਰੂ ਵਾਹਿਗੁਰੂ, ਰਾਮ ਰਾਮ, ਉਹੀ ਕਹਿ ਸਕਦੇ ਹਾਂ। ਉਸ ਤੋਂ ਬਿਨਾਂ ਅਸੀਂ ਉਸ ਨੂੰ ਨਹੀਂ ਕਹਿ ਸਕਦੇ, ਕਿਉਂਕਿ ਤੇਰੀ ਬੋਲੀ ਪ੍ਰੇਮ ਦੀ ਬੋਲੀ ਹੈ, ਤੂੰ ਪ੍ਰੇਮ ਦੀ ਬੋਲੀ ਹੀ ਸਮਝਦਾ ਹੈ। ਪ੍ਰੇਮ ਦੇ ਨਾਲ ਹੀ ਭਗਤੀ ਕਰਕੇ ਤੈਨੂੰ ਪ੍ਰਾਪਤ ਕੀਤਾ ਜਾ ਸਕਦਾ। ਹੋਰ ਸਿੱਧਾ ਜੋ ਤ੍ਰੈ ਗੁਣੀ ਬਾਣੀ ਹੈ ਜੋ ਅਸੀਂ ਬੋਲਦੇ ਹਾਂ, ਇਹਦੇ ਨਾਲ ਤੂੰ ਪ੍ਰਾਪਤ ਨਹੀਂ ਹੋ ਸਕਦਾਗਾ। ਹਾਂਜੀ ਠੀਕ ਹੈ ਜੀ, ਅਗਲੀ ਤੁਕ ਬੋਲੋ ਜੀ ਹੁਣ। ਅਗਲੀ ਲਾਸਟ ਤੁਕ ਆ ਜੀ। ਨਾਨਕ ਬਹੁਤਾ ਇਹੋ ਆਖਣ, ਸਭ ਤੇਰੀ ਵਡਿਆਈ। ਹੋਰ ਤੇਰੇ ਬਾਰੇ ਅਸੀਂ ਕੁਝ ਕਹਿ ਹੀ ਨਹੀਂ ਸਕਦੇ, ਇਹ ਸਭ ਤੇਰੀ ਹੀ ਵਡਿਆਈ ਹੈ। ਜੋ ਤਿਸ ਭਾਵੇ ਨਾਨਕਾ ਸਾਈ ਵਡਿਆਈ, ਵੀ ਜਿਹੜਾ ਚਾਹੁੰਦਾ, ਜਿਹੜਾ ਤੂੰ ਕਰਦਾ ਹੈਗਾ। ਸਾਡੇ ਨਾਲ ਸਾਡੀ ਜ਼ਿੰਦਗੀ 'ਚ ਦੁੱਖ ਸੁੱਖ ਆ ਰਹੇ ਆ, ਜੋ ਘਟਨਾਵਾਂ ਸਾਡੇ ਨਾਲ ਬੀਤ ਰਹੀਆਂ ਨੇ, ਉਹ ਅਸੀਂ ਅਗਰ
ਇਹ ਚੀਜ਼ ਮੰਨ ਲਈਏ ਕਿ ਇਹ ਤੇਰੇ ਹੁਕਮ ਦੇ ਵਿੱਚ ਹੀ ਹੋ ਰਿਹਾਗਾ, ਫਿਰ ਉਹੀ ਤੇਰੀ ਵਡਿਆਈ ਆ। ਸਾਡਾ ਹੁਕਮ ਮੰਨਣਾ ਹੀ ਤੇਰੀ ਵਡਿਆਈ ਕਰਨਾ ਹੈ। ਇਸ ਤੋਂ ਬਿਨਾਂ ਹੋਰ ਕਿਸੇ ਵੀ ਬੋਲੀ ਵਿੱਚ ਤੇਰੀ ਵਡਿਆਈ ਨਹੀਂ ਹੋ ਸਕਦੀ। ਠੀਕ ਹੈ ਜੀ, ਠੀਕ। ਪਾਣੀ ਦੀ ਸਮਝਾਉਣ ਦਾ ਜਿਹੜਾ ਹੁਕਮ ਹੈ ਸਾਡੇ ਜੀਵਨ ਦੇ ਵਿੱਚ, ਮੱਥੇ ਜਦੋਂ ਆਪਾਂ ਸਿਰ ਮੱਥੇ ਰੱਖਾਂਗੇ ਤੇ ਆਪਾਂ ਉਹਦੇ ਨਾਲ ਕੀ ਹੁੰਦਾ ਕਿ ਇੱਕ ਤੇ ਹੁਕਮ ਮੰਨਣ ਦੇ ਨਾਲ ਇਹ ਨਹੀਂ ਕਿ ਪ੍ਰਮਾਤਮਾ ਹੀ ਖੁਸ਼ ਹੁੰਦਾ ਹੈ, ਸਾਡੇ ਅੰਦਰ ਵੀ ਜਿਹੜੀ ਜ਼ਿਆਦਾ ਜਿਹੜੀ ਫਾਲਤੂ ਦੀ ਜਿਹੜੀ ਅੰਦਰ ਹਲਚਲ ਪੈਦਾ ਹੋ ਰਹੀ ਆ ਉਹਦੇ 'ਚ ਵੀ ਬੜਾ ਫਰਕ ਪੈਂਦਾ। ਅਸਲ ਦੇ 'ਚ ਪ੍ਰਾਪਤ ਤੇ ਕੁਛ ਨਹੀਂ ਹੁੰਦਾ ਬੰਦੇ ਨੂੰ। ਜੇ ਆਪਾਂ ਲੋੜ ਤੋਂ ਜ਼ਿਆਦਾ ਰਿਐਕਸ਼ਨ ਵੀ ਕਰਦੇ ਹਾਂ ਤੇ ਕੀ ਦੁੱਖ ਘਟ ਜਾਣਾ? ਨਹੀਂ ਘਟ ਜਾਣਾ। ਜਦੋਂ ਆਪਾਂ ਇਹ ਕਹਿੰਦੇ ਹਾਂ ਕਿ ਚਲੋ ਇਹ ਜੀਵਨ ਦਾ ਹਿੱਸਾ ਹੈ ਔਰ ਸਾਨੂੰ ਮਨਜ਼ੂਰ ਹੈ, ਉਹਦੇ ਨਾਲ ਕੀ ਹੁੰਦਾ ਕਿ ਮਨ ਸ਼ਾਂਤ ਰਹਿੰਦਾ। ਠੀਕ ਹੈ ਜੀ, ਭਾਵ ਖਤਮ ਹੋ ਜਾਂਦਾ। ਹਾਂਜੀ ਹਾਂਜੀ, ਅਗਲੀ ਮੈਂ ਖਤਮ ਹੋ ਜਾਂਦੀ ਆ। ਹਾਂਜੀ ਹਾਂਜੀ ਵੀਰ ਜੀ, ਅੱਗੇ ਇਹ ਸ਼ਲੋਕ ਖਤਮ ਹੋ ਗਿਆ ਜੀ। ਹੁਣ ਆਪਾਂ ਅਗਲਾ ਸ਼ਲੋਕ ਲੈਣੇ ਆ ਜੀ। ਦੂਸਰਾ ਸ਼ਲੋਕ ਇਹ ਵੀ ਮਹੱਲਾ ਪਹਿਲੇ ਦਾ ਹੀ ਆ। ਸੋ ਜਾਂ ਨਾ ਸਿਆ ਕਿਆ ਚਾਕਰੀ, ਜਾਂ ਜੰਮੇ ਕਿਆ ਕਾਰ। ਉਹ ਜੀ ਬਾਰੇ ਹੀ ਬਾਣੀ ਗਿਆਨ ਦੇ ਰਹੀ ਆ ਵੀ ਜਦੋਂ ਤੂੰ ਇਸ ਦੁਨੀਆ ਵਿੱਚ ਨਹੀਂ ਆਇਆ ਸੀਗਾ ਤੇ ਫਿਰ ਤੂੰ ਕਿਹੜੀ ਸੇਵਾ ਕਰਦਾ ਹੋਵੇਂਗਾ? ਜਦੋਂ ਤੇਰਾ ਸਿਰਫ ਕਾਰਨ ਸਰੀਰ ਹੀ ਹੋਵੇਗਾ, ਤੂੰ ਜੀਵ ਹੀ ਹੋਵੇਂਗਾ ਸੂਖਮ, ਤੂੰ ਕਿਵੇਂ ਕੋਈ ਚਾਕਰੀ ਕਰ ਸਕਦਾ? ਜਾਂ ਜੰਮੇ ਕਿਆ ਕਾਰ, ਜਦੋਂ ਤੂੰ ਹੁਣ ਜਨਮ ਲੈ ਕੇ ਆਪਣੇ ਮਨੁੱਖਾ ਜਨਮ ਦੇ ਵਿੱਚ ਆ ਕੇ ਵੀ ਤੂੰ ਉਹਦੀ ਕੋਈ ਕਾਰ ਨਹੀਂ ਕਰ ਰਿਹਾ, ਤੈਨੂੰ ਪਤਾ ਨਹੀਂ ਹੈ, ਤੇ ਪਹਿਲਾਂ ਤਾਂ ਤੂੰ ਕਰਨਾ ਹੀ ਕੀ ਹੈਗਾ? ਸਭ ਕਾਰਨ ਕਰਤਾ ਕਰੇ ਦੇਖੈ ਬਾਰੋ ਬਾਰ। ਜੋ ਕੁਛ ਵੀ ਕਰ ਰਿਹਾ ਹੈ ਉਹ ਪ੍ਰਮਾਤਮਾ ਹੀ ਕਰ ਰਿਹਾ ਹੈ, ਤੂੰ ਨਹੀਂ ਕੁਛ ਕਰ ਸਕਦਾ। ਕਾਰਨ ਰਹੀਮ, ਕਾਰਨ ਵੀ ਪ੍ਰਮਾਤਮਾ ਹੀ ਹੈ, ਕਰਦਾ ਵੀ ਉਹੀ ਹੈ। ਉਹ ਕੀ ਕਰਦਾ, ਉਹਨੇ ਕੀ ਕਰਨਾ, ਉਹ ਕਿਉਂ ਕਰ ਰਿਹਾ ਹੈ, ਇੰਨੀ ਕੁਦਰਤ ਕਿਉਂ ਸਾਜੀ ਹੈ, ਕਿਹੜੇ ਕਿਹੜੇ ਜੀਵ ਪੈਦਾ ਕੀਤੇ ਆ, ਪੌਣ ਪਾਣੀ ਪੱਥਰ ਸਮੁੰਦਰ ਪਹਾੜ ਪੈਦਾ ਕੀਤੇ ਆ, ਉਹ ਕਿਉਂ ਪੈਦਾ ਕੀਤੇ ਆ ਉਸੇ ਨੂੰ ਪਤਾਗਾ, ਉਹੀ ਉਹ ਕਰਦਾਗਾ। ਦੇਖੇ ਬਾਰੋ ਬਾਰ, ਫਿਰ ਉਸ ਨੂੰ ਸਾਰਾ ਕੁਝ ਪੈਦਾ ਕਰਕੇ ਫਿਰ ਉਹਦੀ ਸੰਭਾਲ ਵੀ ਕਰਦਾ ਹੈ। ਇਹ ਨਹੀਂ ਕਿ ਉਹਨੂੰ ਬਣਾ ਕੇ ਛੱਡ ਜਾਂਦਾ। ਜੇ ਚੁੱਪੇ ਜੇ ਮੰਗੀਏ ਦਾਤ ਕਰੇ ਦਾਤਾਰ। ਅਗਰ ਅਸੀਂ ਚੁੱਪ ਕਰੀਏ, ਨਾ ਬੋਲੀਏ, ਜਾਂ ਅਸੀਂ ਮੰਗੀਏ, ਉਹਨੇ ਦੇਣਾ ਹੀ ਆ। ਉਹ ਕਿਉਂਕਿ ਦਾਤਾ ਹੈ, ਉਹਨੇ ਆਪਣੀਆਂ ਦਾਤਾਂ ਦੇਣੀਆਂ ਹੀ ਹੈ। ਤੋ ਬਹੁਤਾ ਮੰਗਣ ਦਾ ਵੀ ਕੋਈ ਫਾਇਦਾ ਨਹੀਂ। ਉਹਨੂੰ ਪਤਾ ਸਾਡਾ ਵੀ ਸਾਨੂੰ ਕੀ ਚਾਹੀਦਾ ਹੈ। ਦੂਸਰਾ, ਅਸੀਂ ਜੋ ਵੀ ਪਿਛਲੇ ਜਨਮ ਦੇ ਵਿੱਚ ਜਾਂ ਇਸ ਜਨਮ ਵਿੱਚ ਅੱਜ ਤੋਂ ਪਹਿਲਾਂ ਜੋ ਵੀ ਅਸੀਂ ਕਰਮ ਕੀਤੇ ਹੈਗੇ ਆ, ਉਹਦੇ ਨਾਲ ਹੀ ਸਾਨੂੰ ਇਹ ਪ੍ਰਾਪਤ ਹੁੰਦਾਗਾ। ਇੱਕ ਬਾਣੀ ਦੀ ਤੁਕ ਹੈ, ਸੰਪੇ ਕੋ ਈਸ਼ਰ ਧਿਆਈ ਹੈ, ਸੰਪੇ ਪੂਰਵ ਲਿਖੇ ਕੀ ਭਾਈ ਹੈ। ਜੋ ਵੀ ਸਾਨੂੰ ਧੀ ਪੁੱਤਰ ਮਿਲਦੇ ਆ, ਉਹ ਸਾਡੇ ਪਿਛਲੇ ਕਰਮਾਂ ਦੇ ਹਿਸਾਬ ਨਾਲ, ਜਿਨ੍ਹਾਂ ਜੀਵਾਂ ਦੇ ਨਾਲ ਵੀ ਸਾਡਾ ਵਾਹ ਪਿਆ ਹੈ, ਜੋ ਅਸੀਂ ਉਹਨਾਂ ਵਾਸਤੇ ਚੰਗਾ ਮੰਦਾ ਕੀਤਾ ਹੈਗਾ, ਉਹ ਸਾਨੂੰ ਇਹ ਜਨਮ ਦੇ ਵਿੱਚ ਉਹ ਲੇਖਾ ਦੇਣਾ ਪੈਣਾਗਾ। ਉਹ ਤੁਹਾਡੇ ਮੰਗਣ ਨਾਲ ਨਹੀਂ ਕੁਝ ਮਿਲਦਾ, ਉਹ ਬਿਨਾਂ ਮੰਗਿਆ ਹੀ ਜਾਣਦਾ, ਬਿਨ ਬੋਲੇ ਸਭ ਕੁਝ ਜਾਣਦਾ। ਤੋ ਅਗਰ ਅਸੀਂ ਮੰਗਣਾ ਤਾਂ ਸਿਰਫ ਪ੍ਰਭੂ ਦੀ ਦਾਤ ਮੰਗਣੀ ਹੈ, ਜਿਹੜੀ ਨਾਮ ਹੈਗੀ ਆ। ਅਸੀਂ ਉਹਦਾ ਨਾਮ ਪਦਾਰਥ ਮੰਗਣਾ। ਇੱਕੋ ਹੀ ਅਰਦਾਸ ਆ ਸਾਡੀ ਕਿ ਹੇ ਵਾਹਿਗੁਰੂ, ਆਪਦਾ ਨਾਮ ਸਾਨੂੰ ਦੇ ਦੇ, ਆਪਦੀ ਪ੍ਰੀਤ ਦੇ ਦੇ ਸਾਨੂੰ, ਆਪਦੇ ਜੋ ਸੰਤ ਮਾਰਗ ਆ ਉਹਦੇ ਚੱਲਣ ਦੀ ਬਖਸ਼ਿਸ਼ ਮੰਗੇ। ਨਹੀਂ ਤਾਂ ਉਹ ਜੋ ਪ੍ਰਮਾਤਮਾ ਬਿਨਾਂ ਮੰਗਿਆਂ ਤੋਂ, ਇਹ ਜਿਹੜੀਆਂ ਦੁਨਿਆਵੀ ਦਾਤਾਂ ਸਾਰੀਆਂ ਉਹ ਬਿਨਾਂ ਮੰਗੇ ਤੋਂ ਹੀ ਦਿੰਦਾ। ਮੰਗੇ ਤੋਂ ਸਿਰਫ ਉਹ ਆਪਣਾ ਨਾਮ ਦਿੰਦਾ। ਇੱਕ ਦਾਤਾ ਸਭ ਮੰਗਤੇ
फिर देखे आकार। अगर कोई जीव सारी दुनिया देख के ਇਹ ਜਾਣ ਲਵੇ, ਸਾਰੀ ਕੁਦਰਤ ਨੂੰ ਦੇਖ ਲਵੇ, ਸਾਰੀ ਕੁਦਰਤ ਦੇ ਜੀਵਾਂ ਨੂੰ ਦੇਖ ਲਵੇ, ਤਾਂ ਪਤਾ ਲੱਗ ਜਾਏਗਾ ਕਿ ਦਾਤਾ ਇੱਕੋ ਹੀ ਆ, ਬਾਕੀ ਸਾਰੇ ਮੰਗਤੇ ਹੀ ਹੈ। ਅਸੀਂ ਸਾਰੇ ਹੀ ਮੰਗਤੇ ਹਾਂ, ਸਾਰੀ ਕੁਦਰਤ ਮੰਗਤੀ ਹੈ, ਸਾਰੇ ਜੀਵ ਹੀ ਮੰਗਤੇ ਹੈਗੇ ਆ, ਦਾਤਾ ਸਿਰਫ ਇੱਕੋ ਹੀ ਆ। ਉਹ ਸਾਨੂੰ ਬਿਨਾਂ ਮੰਗੇ ਤੋਂ ਸਦੀਆਂ ਤੋਂ ਹੀ ਦੇ ਰਿਹਾ ਹੈ ਔਰ ਦਿੰਦਾ रहेगा। नानक एवै जानिए जीवे देवनहार। अगर असीं ये सारा देख लिए कि कारण करता भी वही है, दाता भी वही दिंदा है, और बिना मंगिया तो भी वो दे रहा है, ते सानू ये पता लग जाऊगा कि असीं मंगते हैं दाता इक्को ही आ, असीं सिर्फ लै सकते हैं। अगर असी ये जान लिए, नानक एवै जानिए, ये जान लिए, तो सानू पता लगू वो जो देवनहार है, जो प्रभु है, वो सारे जीवां नू जीवन दे रहा और सदा जिउंदा हैगा, सतचित आनंद हैगा। वो कदे भी ना घट सकदा, ना वध सकदा, ना वो खत्म हो सकदा। वो हमेशा ही जिउंदा है और हमेशा ही सदा ही वो अपनियां दातां दे रहा, अपना खेल रहा, और दातां दे के उसकी रखिया भी कर रहा है, उसकी संभाल भी कर रहा है, उसनूं पाल पोष भी रहा है। हाँ जी वीर जी। हाँ जी गिल साहब, अगली बाणी भी तुसीं पढ़ दो। अगली पौड़ी है जी। हाँ पढ़ दो तुसीं पढ़ दो नाल। हाँ जी वीर जी। अगे फिर पौड़ी आ गई। पौड़ी दे विच जिवें पहला 3 पौड़ियां कीतियां, ये चौथी पौड़ी आ। ਇਹਦੇ ਵਿੱਚ ਉਹੀ ਆ, ਨਾਏ ਮੰਨਿਆ, ਮੰਨੇ ਵੀ ਕਹਿ ਸਕਦੇ ਆ, ਮੰਨਣਾ ਹੈ। ਨਾਏ ਮੰਨੇ ਦਾ ਮਤਲਬ ਮਨ ਦੇ ਵਿੱਚ ਵਸਾਉਣ ਨਾਲ, ਨਾਏ ਦਾ ਮਤਲਬ ਨਾਮ। ਨਾਏ ਮੰਨੇ ਸੁਰਤ ਉਪਜੇ ਨਾਮੇ ਮਤ ਹੋਈ। ਤੋ ਇਸ ਪੌੜੀ ਵਿੱਚ ਗੁਰੂ ਜੀ ਦੱਸ ਰਹੇ ਆ ਕਿ ਉਹਦਾ ਨਾਮ ਵਸਾਉਣ ਨਾਲ ਸਾਨੂੰ ਸਾਡੇ 'ਚ ਕੀ ਤਬਦੀਲੀ ਆਊਗੀ, ਸਾਨੂੰ ਕਿਹੜੇ ਕਿਹੜੇ ਗੁਣ ਮਿਲਣਗੇ, ਸਾਡੀ ਹਾਲਤ ਆ ਜੋ ਅਧਿਆਤਮਿਕ ਦਸ਼ਾ ਕੀ ਹੋਵੇਗੀ। ਤੋ ਇਹਦੇ ਵਿੱਚ ਇਹ ਸਾਰਾ ਬਿਆਨ ਕੀਤਾ ਹੋਇਆ। ਨਾਏ ਮੰਨੀਏ ਸੁਰਤ ਉਪਜੇ ਨਾਮੇ ਮਤ ਹੋਈ। ਤੋ ਪਹਿਲੀ ਤੁਕ ਵਿੱਚ ਗੁਰੂ ਜੀ ਦੱਸ ਰਹੇ ਆ ਕਿ ਨੌ ਮੰਨਣ, ਨੌ ਮਨ 'ਚ ਵਸਾਉਣ ਨਾਲ ਸੁਰਤ ਉਪਜੇ। ਹੁਣ ਜੋ ਸਾਡੀ ਸੁਰਤੀ ਹੁਣ ਉਹ ਮਾਇਆ ਵਿੱਚ ਲੱਗੀ ਹੈ, ਧੀਆਂ ਪੁੱਤਾਂ 'ਚ ਲੱਗੀ ਹੈ, ਮੋਹ 'ਚ ਲੱਗੀ ਹੈ, ਲੋਭ ਵਿੱਚ ਲੱਗੀ ਹੈ, ਕਾਮ ਵਿੱਚ ਲੱਗੀ ਹੈ, ਉਹ ਫਿਰ ਸਾਡੀ ਸੁਰਤੀ ਆ ਇਹਦੇ ਵਿੱਚੋਂ ਹਟ ਕੇ ਸਾਡੀ ਉਹ ਪ੍ਰਮਾਤਮਾ ਨਾਲ ਲਿਵ ਲੱਗ ਜੂਗੀ, ਸਾਡੀ ਸ਼ਬਦ ਨਾਲ ਲਿਵ ਲੱਗ ਜੂ। ਸ਼ਰਤ ਸੁਰਤ ਸ਼ਬਦ ਲਿਵ ਲਈ, ਜਿਹੜਾ ਸਾਡਾ ਮਕਸਦ ਹੈ ਕਿ ਅਸੀਂ ਸੁਰਤ ਨੂੰ ਸ਼ਬਦ ਨਾਲ, ਉਹਦੇ ਨਾਮ ਨਾਲ ਅਸੀਂ ਲਵਲੀਨ ਕਰਨਾ, ਉਹ ਸਾਨੂੰ ਇਹ ਪ੍ਰਾਪਤੀ ਹੋ ਜੂਗੀ। ਨਾਮੇ ਮਤ ਹੋਈ, ਤੇ ਨਾਮ ਦੇ ਪ੍ਰਾਪਤ ਕਰਨ ਨਾਲ ਹੀ ਸਾਡੀ ਜਿਹੜੀ ਮਤ ਹੈਗੀ ਆ ਉਹ ਉੱਚੀ ਹੋ ਜੂਗੀ। ਜਿਸ ਤਰ੍ਹਾਂ ਆਪਾਂ ਸ਼ਰਮ ਖੰਡ ਦੇ ਵਿੱਚ, ਜਪ ਸਾਹਿਬ ਬਾਣੀ ਦੇ ਵਿੱਚ ਸ਼ਰਮ ਖੰਡ ਹੈ, ਉਹਦੇ ਵਿੱਚ ਹੈ ਸ਼ਰਮ ਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਐ ਬਹੁਤ ਨੂਪ, ਤਿੱਥੇ ਘੜੀਐ ਸੁਰਤ ਮਤ ਮਨ ਬੁੱਧ। ਦੂਸਰੇ ਅੰਗ ਵਿੱਚ ਹੈਗਾ, ਦੂਸਰੇ ਖੰਡ ਵਿੱਚ ਹੈ ਗਿਆਨ ਖੰਡ। ਤੋਂ ਤੀਸਰੇ 'ਚ ਪ੍ਰਾਪਤੀ ਹੁੰਦੀ ਹੈ ਨੌ ਜਪਨ ਦੇ ਨਾਲ। ਗਿਆਨ ਲੈ ਕੇ ਜਦੋਂ ਨੌ ਨਾਮ ਦੀ ਕਮਾਈ ਕਰਾਂਗੇ, ਜਿੰਨੀ ਵੀ ਪ੍ਰਾਪਤੀ ਹੈਗੀ ਸਾਡੇ ਤਬਦੀਲੀ ਆਉਣੀ ਆ, ਉਹ ਸ਼ਰਮ ਖੰਡ ਵਿੱਚ ਆਉਣੀ ਆ। ਸੋ ਜਦੋਂ ਸਾਡੀ ਨਾਮ ਦੀ ਕਮਾਈ, ਸਾਡੀ ਘਾਲਣਾ ਪੂਰੀ ਹੋ ਜਾਂਦੀ ਹੈ, ਤਾਂ ਸਾਡੀ ਸੁਰਤ ਮਤ ਮਨ ਬੁੱਧ ਤਿੰਨੇ ਘੜੀਆਂ ਆ ਜਾਂਦੀਆਂ। ਜਿਹੜੀ ਸੁਰਤੀ ਆ ਉਹ ਸ਼ਬਦ ਵਿੱਚ ਲੀਨ ਹੋ ਜਾਂਦੀ ਹੈ। ਮਤ ਆ ਜਿਹੜੀ ਸਾਡੀ ਹੁਣ ਦੁਰਮਤ ਆ ਜਾਂ ਮਨਮਤ ਆ, ਉਹ ਗੁਰਮਤ ਆ ਜਾਂਦੀ ਆ, ਯਾਨੀ ਗੁਰੂ ਦੇ ਵਿੱਚ ਲੀਨ ਹੋ ਜਾਂਦੀ ਹੈ। ਸੁਰਤ ਮਤ ਮਨ ਬੁੱਧ, ਮਨ ਜਿਹੜਾ ਸਾਡਾ ਹੁਣ ਪਦਾਰਥਾਂ ਦੇ ਵਿੱਚ ਹੀ ਦੇਖਦਾ, ਵਿਚਾਰਾਂ ਦੇ ਵਿੱਚ ਹੀ ਹੈ, ਉਹ ਉੱਚਾ ਹੋ ਕੇ ਉਨਮਨ ਹੋ ਜਾਊਗਾ, ਯਾਨੀ ਉਹ ਆਤਮਾ ਦੇ ਵਿੱਚ ਹੀ
ਲੀਨ ਹੋ ਜਾਊਗਾ। ਬੁੱਧ ਜਿਹੜੀ ਸਾਡੀ ਹੁਣ ਕਬੁੱਧ ਕਹਿ ਸਕਦੇ ਆ, ਜਾਂ ਜਿਹੜੀ ਸਾਡੀ ਦੁਬਿਧਾ ਦੇ ਵਿੱਚ ਆਉਂਦੀ ਆ, ਸਾਨੂੰ ਕਦੇ ਕੋਈ ਚੀਜ਼ ਚੰਗੀ ਲੱਗਦੀ ਆ, ਉਹੀ ਚੀਜ਼ ਦੁਬਾਰਾ ਮਾੜੀ ਲੱਗ ਜਾਂਦੀ ਆ। ਅਸੀਂ ਕੋਈ ਡਿਸਾਈਡ ਨਹੀਂ ਕਰ ਸਕਦੇ, ਕਿਉਂਕਿ ਸਾਰੀ ਦੁਨੀਆ ਦੁਬਿਧਾ ਦੇ ਵਿੱਚ ਹੈਗੀ ਆ। ਉਹ ਦੁਬਿਧਾ ਖਤਮ ਹੋ ਕੇ ਫਿਰ ਸਾਨੂੰ ਵਿਵੇਕ ਬੁੱਧ ਆ ਜਾਊਗੀ। ਵਿਵੇਕ ਬੁੱਧ ਨਾਲ ਅਸੀਂ ਕਲੀਅਰ ਕੱਟ ਹਰੇਕ ਚੀਜ਼ ਨੂੰ, ਹਰੇਕ ਗੱਲ ਕਰਨ ਨੂੰ, ਹਰੇਕ ਫੈਸਲਾ ਲੈਣ ਨਾਲ ਉਹ ਅਸੀਂ ਫਿਲਟਰ ਕਰਕੇ ਅਸੀਂ ਦੱਸ ਸਕਦੇ ਹਾਂ ਵੀ ਆਹ ਠੀਕ ਆ, ਨਖੇੜਾ ਕਰ ਸਕਦੇ ਹਾਂ ਵੀ ਕਿਹੜਾ ਗਲਤ ਹੈਗਾ, ਕਿਹੜਾ ਠੀਕ ਹੈ। ਤੋ ਇਹ 9 ਜਪਨ ਦੀਆਂ ਪ੍ਰਾਪਤੀਆਂ ਸਾਨੂੰ ਨਾਏ ਮੰਨੇ ਗੁਣ ਉਚਰੇ ਨਾਮੇ ਸੁਖ ਹੋਈ। ਤੋ 9 ਨਾਮ ਨੂੰ ਮਨ ਵਿੱਚ ਵਸਾਉਣ ਨਾਲ ਕੀ ਹੁੰਦਾ ਹੈਗਾ ਕਿ ਸਾਨੂੰ ਸਾਰੇ ਗੁਣ ਪ੍ਰਾਪਤ ਹੋ ਜਾਣਗੇ। ਕਿਹੜੇ ਕਿਹੜੇ ਗੁਣ? ਸਤ, ਸੰਤੋਖ, ਦਇਆ, ਧਰਮ, ਧੀਰਜ, ਖਿਮਾ, ਇਹ ਸਾਰੇ ਗੁਣ ਸਾਨੂੰ ਮਿਲ ਜਾਣਗੇ। ਤੇ ਨਾਮੇ ਸੁਖ ਹੋਈ, ਜੋ ਹੁਣ ਅਸੀਂ ਦੁੱਖ ਸੁੱਖ ਦੀ ਜ਼ਿੰਦਗੀ ਪ੍ਰਾਪਤ ਕਰਦੇ ਹਾਂ, ਤਾਂ ਕਿਤੇ ਟੈਂਪਰੇਰੀ ਦੁਨਿਆਵੀ ਸੁੱਖ ਮਿਲ ਗਿਆ, ਕਦੇ ਦੁੱਖ ਮਿਲ ਗਿਆ, ਉਹ ਸਾਡਾ ਖਤਮ ਹੋ ਕੇ ਇੱਕ ਸਾਨੂੰ ਸਦੀਵੀ ਸੁੱਖ ਮਿਲ ਜਾਏਗਾ, ਆਨੰਦ ਮਿਲ ਜਾਏਗਾ, ਜਿਹੜਾ ਨਾ ਘਟਦਾ ਵੱਧਦਾਗਾ, ਨਾ ਕਦੇ ਖਤਮ ਹੁੰਦਾ। ਇਹ ਸਾਨੂੰ 9 ਮਨ ਚ ਵਸਾਉਣ ਨਾਲ ਇਹ ਪ੍ਰਾਪਤੀ ਹੋ ਜਾਊਗੀ। ਨਾਏ ਮੰਨੇ ਭਰਮ ਕੱਟਿਆ, ਫਿਰ ਦੁੱਖ ਨਾ ਹੋ। ਤੇ ਅਸੀਂ ਗਵਾਵਾਂਗੇ ਕੀ? ਭਰਮ ਤੇ ਇੱਕ ਦੁੱਖ। ਭਰਮ ਇਹੀ ਆ ਕਿ ਜੋ ਹੈ ਅਸੀਂ ਉਸ ਨੂੰ ਗਲਤ ਸਮਝਦੇ ਹਾਂ। ਜਿਵੇਂ ਰੱਸੀ ਨੂੰ ਅਸੀਂ ਸੱਪ ਮੰਨਦੇ ਹਾਂ, ਜੋ ਵੀ ਮਾਇਆ ਜਿੰਨੀ ਵੀ ਹੈ ਐਕਚੁਅਲੀ ਹੈ ਤਾਂ ਪ੍ਰਭੂ ਦੀ ਦਾਸੀ ਹੈਗੀ ਆ, ਪ੍ਰਭੂ ਦੀ ਛਾਇਆ ਹੀ ਹੈਗੀ ਹੈ ਇਹ। ਪਰ ਅਸੀਂ ਇਹ ਕਹਿੰਦੇ ਹਾਂ ਕਿ ਸਾਰਾ ਕੁਝ ਇਹੀ ਹੈਗਾ, ਹੈ ਕੁਝ ਵੀ ਨਹੀਂ, ਹੈ ਤਾਂ ਸਿਰਫ ਪ੍ਰਮਾਤਮਾ ਤੇ ਪ੍ਰਮਾਤਮਾ ਦਾ ਨਾਮ। ਇਹ ਸਾਡਾ ਖਤਮ ਹੋ ਜਾਊਗਾ। ਜੋ ਸਾਡਾ ਇਹ ਸਾਰਾ ਕਾਮ, ਕ੍ਰੋਧ, ਲੋਭ, ਮੋਹ ਆ, ਇਹ ਸਾਰਾ ਖਤਮ ਹੋ ਜਾਊ। ਤੇ ਦੁੱਖ, ਜਿਹੜਾ ਦੁੱਖ ਆ, ਸਭ ਤੋਂ ਵੱਡਾ ਦੁੱਖ ਜਨਮ ਮਰਨ ਦਾ ਦੁੱਖ ਹੀ ਹੈਗਾ। ਜਨਮ ਮਰਨ ਦੇ ਵਿੱਚੋਂ ਅਸੀਂ ਸਾਈਕਲ ਚੋਂ ਨਿਕਲ ਜਾਾਂਗੇ। ਸਾਡਾ ਸਾਰਾ ਮੋਹ, ਸਾਰਾ ਕਾਮ, ਕ੍ਰੋਧ, ਲੋਭ, ਮੋਹ, ਇਹ ਖਤਮ ਹੋ ਜਾਊਗਾ। ਤਾਂ ਦੁਨੀਆ ਚ ਰਹਾਂਗੇ, ਦੁਨੀਆ ਚ ਹੀ, ਪਰ ਸਾਡੀ ਸੁਰਤ ਆ ਜਿਹੜੀ ਉਹ ਪਰਮਾਤਮਾ ਵਿੱਚ ਹੀ ਹਮੇਸ਼ਾ ਟਿਕੀ ਰਹੇਗੀ। ਬਸ ਅਸੀਂ ਫਾਰਮੈਲਿਟੀ ਦੁਨੀਆ ਦੇ ਨਾਲ ਅਸੀਂ ਫਾਰਮੈਲਿਟੀ ਕਰਾਂਗੇ। ਨਾਏ ਮੰਨੇ ਸਲਾਹੀਆ ਪਾਪਾਂ ਮਤ ਧੋਈ। ਤੋ ਜਿੰਨੇ ਵੀ ਪਾਪ ਕੀਤੇ ਆ, ਪਾਪਾਂ ਵਾਲੀ ਮੱਤ ਆ ਸਾਡੀ, ਉਹ ਖਤਮ ਹੋ ਜਾਊਗੀ। ਉਹ ਨਾ ਮੰਨ ਕੇ ਹੀ ਅਸੀਂ ਉਹਦੀ ਸਿਫਤ ਸਲਾਹ ਕਰਦੇ ਹਾਂ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਤੋ 9 ਮੰਨਣ ਤੋਂ ਬਾਅਦ ਹੀ ਜਦੋਂ ਉਹਦੀ ਅਸੀਂ ਪ੍ਰੇਮਾ ਭਗਤੀ ਕਰਾਂਗੇ ਤਾਂ ਸਾਨੂੰ ਪਾਤਸ਼ਾਹ ਦਾ ਪਾਤਸ਼ਾਹ ਮਿਲਾ ਦੂਗਾ, ਆਪਣੇ ਵਰਗਾ ਹੀ ਉਹ ਕਰ ਦੂਗਾ। ਨਾਨਕ ਪੂਰੇ ਗੁਰ ਤੇ 9 ਮੰਨਿਆ ਜਿਨ ਦੇਵੇ ਸੋਈ। ਤੋ ਪੂਰਾ 9 ਕਿਵੇਂ ਮੰਨਿਆ ਜਾਊ? 9 ਅਸੀਂ ਆਪਣੇ ਹਿਰਦੇ ਵਿੱਚ ਕਿਵੇਂ ਵਸਾਵਾਂਗੇ? ਉਹ ਸਿਰਫ ਅਸੀਂ ਭਗਤੀ ਕਰਕੇ, ਬੰਦਗੀ ਕਰਕੇ, ਜਦੋਂ ਸਾਡੀ ਬੰਦਗੀ ਪੂਰੀ ਹੋ ਜਾਊਗੀ, ਜਦੋਂ ਪੂਰਾ ਗੁਰੂ ਸਤਿਗੁਰੂ ਸਾਡੇ ਤੇ ਤਰੁੱਟ ਜਾਏਗਾ, ਸਾਡੇ ਤੇ ਖੁਸ਼ ਹੋ ਜਾਏਗਾ, ਸਾਡੀ ਬੰਦਗੀ ਕਬੂਲ ਕਰ ਲਵੇਗਾ, ਉਹਦੀ ਬਖਸ਼ਿਸ਼ ਨਾਲ ਹੀ ਲੈ ਸਕਦੇ ਹਾਂ। ਨਹੀਂ, ਸਾਡੇ ਵਾਸਤੇ ਸਾਡੀ ਕੋਈ ਸਮਰੱਥਾ ਨਹੀਂ ਹੈ ਕਿ ਅਸੀਂ ਉਸ ਨੂੰ, ਪ੍ਰਭੂ ਦਾ ਨਾਮ, ਅਸੀਂ ਸਾਡੀ ਕਿਸੇ ਵੀ ਸਾਧਨਾ ਦੇ ਨਾਲ, ਕਿਸੇ ਵੀ ਸਾਧਨ ਨਾਲ ਅਸੀਂ ਉਹਦਾ ਨਾਮ, ਪ੍ਰਭੂ ਦਾ ਨਾਮ ਪ੍ਰਾਪਤ ਹਿਰਦੇ ਵਿੱਚ ਨਹੀਂ ਵਸਾ ਸਕਦੇ। ਇਹ ਜੋ ਬਖਸ਼ਿਸ਼ ਹੈਗੀ ਆ, ਇਹ ਦਾਤ, ਇਹ ਸਤਿਗੁਰੂ ਹੀ ਦੇ ਸਕਦਾ। ਤੋ ਸਤਿਗੁਰੂ ਜਦੋਂ ਤਰੁੱਟ ਕੇ ਸਾਡੇ ਤੇ ਬੰਦਗੀ ਸਾਡੀ ਕਬੂਲ ਕਰਕੇ ਬਖਸ਼ਿਸ਼ ਕਰ ਦੇਵੇਗਾ, ਫਿਰ ਪੂਰੇ ਗੁਰ ਦੇ ਨਾਲ ਹੀ ਅਸੀਂ, ਸਤਿਗੁਰ ਦੇ ਨਾਲ ਹੀ ਅਸੀਂ। ਜੀਤ ਜੀ ਮਾਈਕ ਬੰਦ ਕਰੋ ਤੁਸੀਂ।
ਜੀਤ ਜੀਤ ਜੀ ਮਾਈਕ ਬੰਦ ਕਰੋ। ਜੀਤ ਸਿੰਘ ਜੀ ਮਾਈਕ ਬੰਦ ਕਰ ਦਿਓ ਪਲੀਜ਼। ਹਾਂਜੀ 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 ਸੰਗਤ ਜੀ, ਇਹ ਹੁਣ ਪੌੜੀ ਦੀ ਅਖੀਰਲੀ ਲਾਈਨ ਆ। ਇਹ ਨਾ ਹਿਰਦੇ ਵਿੱਚ ਵਸਾਉਣ ਦੀਆਂ ਚਾਰੇ ਪੌੜੀਆਂ 'ਚ ਜਿਹੜਾ ਗਿਆਨ ਦਿੱਤਾ, ਉਹ ਵੀ ਅਖੀਰ ਤੇ ਜਾ ਕੇ ਨਿਚੋੜ ਕੱਢ ਦਿੱਤਾ ਵੀ ਅਸੀਂ ਬੰਦਗੀ ਕਰੀਏ। ਬੰਦਗੀ ਕਰਨ ਤੋਂ ਬਾਅਦ ਅਗਰ ਸਤਿਗੁਰੂ ਸਾਨੂੰ ਬੰਦਗੀ ਸਾਡੀ ਕਬੂਲ ਕਰ ਲੈਂਦਾ, ਸਾਡੇ ਤੇ ਖੁਸ਼ ਹੋ ਜਾਂਦਾ, ਫੇਰ ਉਹ ਆਪਣਾ ਨਾਮ ਸਾਡੇ ਹਿਰਦੇ ਵਿੱਚ ਵਸਾ ਦਿੰਦਾ ਹੈਗਾ। ਉਸ ਤੋਂ ਬਾਅਦ ਉਹਦੀ ਪ੍ਰੇਮਾ ਭਗਤੀ ਕਰਕੇ ਅਸੀਂ ਪ੍ਰਭੂ ਦੇ ਵਿੱਚ ਲੀਨ ਹੋ ਕੇ ਪ੍ਰਭੂ ਦੇ ਵਿੱਚ ਹੀ ਪ੍ਰਭੂ ਵਰਗੇ ਹੀ ਹੋ ਜਾਾਂਗੇ, ਪ੍ਰਭੂ ਹੀ ਹੋ ਜਾਾਂਗੇ। ਔਰ ਸਾਨੂੰ ਖੰਡਾਂ ਮੰਡਾਂ ਦਾ ਮਾਲਕ, ਪਾਤਸ਼ਾਹਾਂ ਦਾ ਪਾਤਸ਼ਾਹ ਬਣਾ ਦੇਵੇਗਾ। ਇਹ ਸਾਰੀ ਨਾਉ ਮਨ ਚ ਹਿਰਦੇ ਵਸਾਉਣ ਵਾਸਤੇ ਹੀ ਇਹ ਸਾਧਨ ਹੈਗਾ। ਜੀਤ ਆ ਜੀ, ਕੋਈ ਜੀਤ। ਜੀਤ ਜੀ ਬੰਦ ਕਰ ਦਿਓ ਪਲੀਜ਼। ਐਡਮਿਨ ਦਾ ਲਿੰਕ ਕਿੰਨੇ ਪਾਇਆ? ਇਹਨਾਂ ਨੂੰ ਜੀਤ ਨੂੰ ਬਾਹਰ ਕੱਢ ਦਿਓ ਗਰੁੱਪ ਚੋਂ ਪਲੀਜ਼। ਹਾਂਜੀ ਬੰਦ ਕਰਤੇ, ਸ਼ੁਕਰ ਹੈ। ਨਹੀਂ ਤਾਂ ਜਿਹੜਾ ਵੀ ਡਿਸਟਰਬ ਕਰਦਾ ਤਾਂ ਉਹਨੂੰ ਰਿਮੂਵ ਕਰ ਦਿਓ ਪਲੀਜ਼। ਹਾਂਜੀ ਸਾਧ ਸੰਗਤ ਜੀ, ਲਾਸਟ ਬਾਣੀ ਦੀ ਆਪਾਂ ਪੌੜੀ ਲੈਂਦੇ ਆ। ਨਾਏ ਮੰਨੀਏ ਸੁਰਤੀ ਉਪਜੇ, ਨਾਮੇ ਮਤ ਹੋਏ। ਦੇਖੋ ਧਿਆਨ ਸੇ ਜਦੋਂ ਆਪਾਂ ਭਗਤੀ ਕਰਦੇ ਆ ਤੇ ਮਾਈਕ ਬੰਦ ਹੀ ਨਹੀਂ ਹੋਇਆ ਇਹਨਾਂ ਦਾ। ਹਰਿੰਦਰ ਸਿੰਘ ਨਿੱਜਰ ਦਾ ਮਾਈਕ ਆਨ ਜੇ। ਜੀਤ ਸਿੰਘ ਦਾ ਮਾਈਕ ਆਨ ਆ। ਸਾਧ ਸੰਗਤ ਜੀ, ਉਸ ਤੋਂ ਬਾਅਦ ਰਣਜੀਤ ਸਿੰਘ ਦਾ ਮਾਈਕ ਆਨ ਆ। ਸਾਧ ਸੰਗਤ ਜੀ ਮਾਈਕ ਬੰਦ ਕਰੋ ਪਲੀਜ਼ ਆਪਣੇ। ਸਾਰੀ ਸੰਗਤ ਮਾਈਕ ਆਨ ਕਰਕੇ ਬੈਠੀ ਹੋਈ ਹੈ। ਹਰਿੰਦਰ ਸਿੰਘ ਨਿੱਜਰ ਕੌਣ ਹੈ? ਉਹਨਾਂ ਦਾ ਮਾਈਕ ਕੌਣ ਹੈ? ਉਹਨਾਂ ਨੇ ਜੀਤ ਸਿੰਘ ਨੂੰ ਮਿਊਟ ਕਰਤਾ ਜੀ। ਠੀਕ ਹੈ, ਮਿਹਰਬਾਨੀ। ਨਿੱਜਰ ਸਾਹਿਬ ਤਾਂ ਆਪਣੇ ਆ ਜੀ। ਹਾਂ, ਪਰ ਮਾਈਕ ਬੰਦ ਕਰਨਾ, ਮਾਈਕ ਫਿਰ ਬੈਕਗ੍ਰਾਉਂਡ ਨੋਇਸ ਹੋ ਰਿਹਾ। ਅੱਛਾ ਸਾਧ ਸੰਗਤ ਜੀ, ਹੁਣ ਅੱਜ ਦੀ ਵਿਚਾਰ ਸ਼ੁਰੂ ਕਰੀਏ। ਕਹਿੰਦੇ ਨਾਏ ਮੰਨੀਏ ਸੁਰਤੀ ਉਪਜੇ, ਨਾਮੇ ਮਤ ਹੋਏ। ਦੇਖੋ ਜਦੋਂ ਜਿਹੜੀ ਸੁਰਤੀ ਹੁੰਦੀ ਹੈ, ਸੁਰਤੀ ਸਾਡੀ ਕੀ ਕਰਦੀ ਆ ਕਿ ਸੁਰਤੀ ਜਿਹੜਾ ਜੀਵ ਦੀ ਸੁਰਤੀ ਹੁੰਦੀ ਹੈ, ਸੁਰਤੀ ਦੇ ਉੱਪਰ ਹੀ ਸਾਰੀ ਗੇਮ ਹੈ। ਜਿਵੇਂ ਜਿਵੇਂ ਆਪਣੀ ਸੁਰਤੀ ਥੱਲੇ ਤੁਰੀ ਜਾਂਦੀ ਹੈ, ਤਿਵੇਂ ਤਿਵੇਂ ਆਪਾਂ ਸੰਸਾਰ ਦੇ ਵਿੱਚ ਗਵਾਚੀ ਜਾਂਦੇ ਹਾਂ। ਪਰ ਜਦੋਂ ਆਪਾਂ ਧਿਆਨ ਸਿਮਰਨ ਕਰਦੇ ਹਾਂ, ਸਾਡੇ ਸਰੀਰ ਦੇ ਵਿੱਚ ਹੀ 2 ਪੁਆਇੰਟ ਹੈਗਾ। ਇੱਕ ਪੁਆਇੰਟ ਹੈਗਾ ਥੱਲੇ, ਇੱਕ ਪੁਆਇੰਟ ਹੈਗਾ ਸਾਡੇ ਉੱਤੇ। ਜਿਹੜਾ ਪੁਰਸ਼ ਹੈ ਉੱਪਰ ਹੈਗਾ ਤੇ ਪ੍ਰਕਿਰਤੀ ਜਿਹੜੀ ਹੈਗੀ ਆ ਉਹ ਥੱਲੇ ਹੈਗੀ ਆ। ਤੇ ਇਹਦੇ ਵਿੱਚ ਕੀ ਹੁੰਦਾ ਵਾ ਕਿ ਜਿਹੜੀ ਸਾਡੀ ਚੇਤਨਾ ਵਾ, ਜਿਹੜੀ ਸੁਰਤੀ ਆ, ਉਹ ਸਾਡੀ ਥੱਲੇ ਬੈਠੀ ਆ। ਉਹ ਸੁਰਤੀ ਉਹਨਾਂ ਚਿਰ ਚੁੱਕੀ ਨਹੀਂ ਜਾ ਸਕਦੀ ਜਿੰਨਾ ਚਿਰ ਤੱਕ ਅਸੀਂ ਭਗਤੀ ਨਹੀਂ ਕਰਦੇ। ਪਰ ਭਗਤੀ ਚਾਹੀਦੀ ਹੈ ਸੁਰਤੀ ਨੂੰ ਚੁੱਕਣ ਵਾਸਤੇ। ਹੁਣ ਲਿਖਿਆ ਨਾਏ ਮੰਨੀਏ ਸੁਰਤੀ ਉਪਜੇ, ਨਾਮੇ ਮਤ ਹੋਏ। ਤੇ ਜਿਹੜੀ ਸਾਡੀ ਸੁਰਤੀ ਆ, ਜਿਹੜੀ ਸੁਰਤੀ ਬਿਲਕੁਲ ਥੱਲੇ ਚਲ ਗਈ ਆ, ਗ੍ਰਸਤ ਹੋ ਗਈ ਆ, ਉਹ ਭਗਤੀ ਦੇ ਨਾਲ ਕੀ ਹੁੰਦਾ ਕਿ ਹੌਲੀ ਹੌਲੀ ਕਰਕੇ ਉੱਪਰ ਆਉਣੀ ਸ਼ੁਰੂ ਹੋ ਜਾਂਦੀ ਹੈ। ਜਿੱਦਾਂ ਆਪਾਂ ਕਿਸੇ ਚੀਜ਼ ਨੂੰ ਸਪੋਰਟ ਨਹੀਂ ਕਰ ਦਿੰਦੇ ਤੇ ਸਪੋਰਟ ਕਰਕੇ ਕੋਈ ਚੀਜ਼ ਥੱਲੇ ਚਲ ਗਈ ਹੈ, ਜਿੱਦਾਂ ਮਤਲਬ ਕੋਈ ਨਵਾਂ ਰੁੱਖ ਲਾਇਆ ਆਪਾਂ ਤੇ ਉਹ ਰੁੱਖ ਕਮਜ਼ੋਰ ਹੁੰਦਾ ਤੇ ਨਾਲ ਡੰਡਾ ਖੜਾ ਕਰ ਦਈਦਾ ਤੇ ਉਹਨਾਂ ਚਿਰ ਖੜਾ ਕਰਕੇ ਰੱਖੀਦਾ ਵਾ ਜਿੰਨਾ ਚਿਰ ਤੱਕ ਉਹ ਜਿਹੜਾ ਛੋਟਾ ਰੁੱਖ ਹੈਗਾ ਵਾ ਉਹ ਮਜ਼ਬੂਤੀ ਨਾਲ ਪ੍ਰਾਪਤ ਕਰਦੇ। ਜਦੋਂ ਉਹਦਾ ਤਣਾ ਮਜ਼ਬੂਤ ਹੋ ਗਿਆ ਫਿਰ ਡੰਡਾ ਸਾਈਡ ਤੇ ਕਰ ਲਓ। ਇਸੇ ਹੀ ਤਰ੍ਹਾਂ ਜਿਹੜੀ ਭਗਤੀ ਹੈ ਉਹ ਸੁਰਤੀ ਨੂੰ ਚੁੱਕਦੀ ਆ, ਕਿ ਜਿਹੜੀ ਜੀਵ ਦੀ ਸੁਰਤੀ ਆ ਤੁਹਾਨੂੰ ਪਤਾ ਹੀ ਆ ਬਾਹਰ ਮੁਖੀ ਹੈ, ਪਰ ਜੀਵ ਜਿਹੜਾ ਵਾ ਉਹ ਭੌਤਿਕ ਜਗਤ ਦੇ ਵਿੱਚ ਜਾਣਾ ਚਾਹੁੰਦਾ ਹੈ ਔਰ ਮਨ ਸਪੋਰਟ ਕਰਦਾ ਹੈ ਪੂਰੀ।
ਤੇ ਉਹ ਦੋ ਚੀਜ਼ਾਂ ਨਾਲ ਵਾਪਸ ਆ ਸਕਦੀ ਹੈ। ਕਹਿੰਦੇ ਜਦੋਂ ਭਗਤੀ ਕਰੋਗੇ ਤੇ ਸੁਰਤੀ ਉੱਪਰ ਆ ਜਾਊਗੀ, ਅਧਿਆਤਮਿਕ ਸਫ਼ਰ ਜਿਹੜਾ ਸ਼ੁਰੂ ਹੋ ਜਾਏਗਾ। ਤੇ ਨਾਮੇ ਮਤ ਹੋਏ, ਤੇ ਮਤ ਦਾ ਮਤਲਬ ਹੁੰਦਾ ਹੈ ਕਿ ਵਿਵੇਕ ਬੁੱਧੀ ਜਿਹੜੀ ਆ ਉਹ ਨਾਮ ਦੇ ਨਾਲ ਹੀ ਪ੍ਰਾਪਤ ਹੋਣੀ ਹੈ। ਲਿਖਿਆ ਨਾਏ ਮੰਨੀਏ ਗੁਣ ਉਚਰੇ, ਨਾਮੇ ਸੁਖ ਹੋਏ। ਹੁਣ ਭਗਤੀ ਕੀਤਿਆਂ ਹੀ ਸਾਡੇ ਅੰਤਰਾਕਰਨ 'ਚ ਜਿਹੜੇ ਚੰਗੇ ਗੁਣ ਆ, ਸ਼ੁਭ ਗੁਣ ਆ, ਦਇਆ ਹੋਇਆ, ਸੰਤੋਖ ਹੋਇਆ, ਜਾਂ ਦੂਜਿਆਂ ਦੀ ਸੇਵਾ ਕਰਨੀ, ਦੇਖ ਕੇ ਅੰਡਿਠ ਕਰਨਾ, ਸੱਚ ਬੋਲਣਾ, ਸਾਰਿਆਂ ਨੂੰ ਪਿਆਰ ਕਰਨਾ, ਇਹ ਜਿਹੜੇ ਸਾਰੇ ਗੁਣ ਹੈ ਪ੍ਰਮਾਤਮਾ ਦੇ ਗੁਣ ਹੈ। ਦਵੈਸ਼ ਤੋਂ ਮੁਕਤੀ ਮਿਲ ਜਾਣੀ। ਇਹ ਜਿਹੜਾ ਆਪਾਂ ਸਧਾਰਨ ਬੰਦਾ ਦਵੈਸ਼ ਹੀ ਰਹਿੰਦਾ, ਈਰਖਾਬਾਜੀ ਕਰਦਾ ਰਹਿੰਦਾ ਵਾ, ਇਹ ਨਾਮ ਤੋਂ ਹੀ, ਇਹਨਾਂ ਚੀਜ਼ਾਂ ਤੋਂ ਸਾਨੂੰ ਜਿਹੜਾ ਵਾ ਇਹ ਚੰਗੇ ਗੁਣ ਜਿਹੜੇ ਸਾਡੇ ਅੰਦਰ ਪੈਦਾ ਹੋ ਜਾਂਦੇ ਨੇ। ਤੇ ਜਦੋਂ ਚੰਗੇ ਗੁਣ ਪੈਦਾ ਹੋ ਗਏ ਤੇ ਫਿਰ ਜਦੋਂ ਅਸੀਂ ਸਾਡੇ ਅੰਦਰੋਂ ਜਦੋਂ ਈਰਖਾ ਖਤਮ ਹੋ ਗਈ ਤੇ ਸੁੱਖ ਤੇ ਆਪਣੇ ਆਪ ਹੀ ਹੋ ਜਾਣਾ। ਆਪਾਂ ਦੁਖੀ ਕਿਉਂ ਆ? ਕਿਉਂਕਿ ਅਸੀਂ ਬਾਰ-ਬਾਰ ਲੋਕਾਂ ਦੇ ਨਾਲ ਆਪਣੇ ਆਪ ਨੂੰ ਕੰਪੇਅਰ ਕਰਦੇ ਹਾਂ। ਆਪਾਂ ਵੇਂਦੇ ਰਹਿੰਦੇ ਹਾਂ ਆਪਣੇ ਜੀਵਨ ਦੇ ਵਿੱਚ ਕਿ ਫਲਾਣੇ ਕੋਲ ਆਹ ਚੀਜ਼ ਹੈਗੀ ਹੈ, ਮੇਰੇ ਕੋਲ ਆਹ ਚੀਜ਼ ਨਹੀਂ ਹੈਗੀ, ਉਹਦਾ ਘਰ ਵੱਡਾ ਵਾ, ਜਾਂ ਮੇਰੀ ਕਾਰ ਛੋਟੀ ਆ, ਜਾਂ ਮੇਰਾ ਘਰ ਛੋਟਾ ਵਾ। ਇਹ ਸਭ ਜਿਹੜੀ ਈਰਖਾਬਾਜ਼ੀਆਂ ਹੁੰਦੀਆਂ, ਇਹਦੇ ਕਰਕੇ ਬੰਦਾ ਦੁਖੀ ਆ। ਵੈਸੇ ਬੰਦੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਘਰ ਭਾਵੇਂ ਕਿੱਡਾ ਮਰਜ਼ੀ ਕਿਸੇ ਕੋਲ ਹੈਗਾ ਵਾ, ਸੌਂਦਾ ਤਾਂ ਇੱਕ ਕਮਰੇ 'ਚ ਹੀ ਹੈ ਨਾ। ਬਸ ਇੰਨੀ ਗੱਲ ਸਮਝਣ ਦੀ ਲੋੜ ਹੁੰਦੀ ਹੈ। ਕਹਿੰਦੇ ਨਾਏ ਮੰਨੀਏ ਸਲਾਹੀਏ, ਪਾਪਾ ਮਤ ਧੋਈ। ਜੇ ਦੇਖੀ ਕਿਤੇ ਨਾਮ ਮੰਨੀਏ, ਪਹਿਲੀ ਗੱਲ ਭਗਤੀ ਕਰੀਏ। ਜਦੋਂ ਆਪਾਂ ਭਗਤੀ ਕਰਦੇ ਹਾਂ ਤੇ ਫਿਰ ਕੀ ਹੁੰਦਾ ਕਿ ਪਰਮਾਤਮਾ ਕੀ ਕਰਦਾ ਕਿ ਸਾਡੀ ਜਿਹੜੀ ਮੱਤ ਆ ਤੇ ਜਿਹੜੇ ਸਾਡੇ ਕੋਈ ਅਸੀਂ ਜਿਹੜੇ ਪਾਪ ਕੀਤੇ ਆ, ਜਿੱਦਾਂ ਮਤਲਬ ਕਿ ਪਾਪ ਹੀ ਹੋ ਜਾਂਦੇ ਆ ਜਿਹੜੇ ਅਸੀਂ ਆਪਣੀ ਬੁੱਧੀ ਦੇ ਨਾਲ ਕੀਤੇ ਨੇ, ਉਹਨਾਂ ਤੋਂ ਵੀ ਸਾਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਅਸੀਂ ਮੁਕਤ ਹੋ ਜਾਂਦੇ ਹਾਂ ਭਗਤੀ ਕਰਨ ਦੇ ਨਾਲ। ਇਹ ਨਹੀਂ ਕਿ ਕਹਿੰਦੇ ਉਹਨਾਂ ਨੂੰ ਹੋਰ ਕਿਸ ਤਰੀਕੇ ਨਾਲ ਸਾਫ਼ ਨਹੀਂ ਕੀਤਾ ਜਾ ਸਕਦਾ, ਪਰ ਕੱਲੀ ਭਗਤੀ ਜਦੋਂ ਆਪਾਂ ਕਰਦੇ ਹਾਂ, ਉਹਨਾਂ ਸਾਰਿਆਂ ਜਿਹੜੇ ਪੁਰਾਤਨ ਜਿਹੜੇ ਜਨਮਾਂ 'ਚ ਆਪਾਂ ਕੀਤਾ, ਜੋ ਵੀ ਕੀਤਾ ਜਾਂ ਹੁਣ ਵੀ ਆਪਾਂ ਕੀਤਾ, ਉਹ ਜਿਹੜੀਆਂ ਚੀਜ਼ਾਂ ਤੋਂ ਇਨਸਾਨ ਨੂੰ ਮੁਕਤੀ ਮਿਲ ਜਾਂਦੀ ਹੈ। ਔਰ ਕਿਉਂਕਿ ਨਾਮ ਜਿਹੜਾ ਇੱਕ ਸਾਬਣ ਹੈ, ਉਹ ਧੋ ਦਿੰਦਾ। ਨਾਨਕ ਪੂਰੇ ਗੁਰ ਤੇ ਨਾਉ ਮੰਨੀਏ, ਜਿਨ ਦੇਵੇ ਸੋਈ। ਤੇ ਪ੍ਰਮਾਤਮਾ ਕੀ ਕਰਦਾ ਕਿ ਗੁਰਮੁਖਾਂ ਦੀ ਸੰਗਤ 'ਚ ਆ ਕੇ ਉਹ ਪ੍ਰਮਾਤਮਾ ਦਾ ਨਾਮ ਜਿਹੜਾ ਪ੍ਰਾਪਤ ਕੀਤਾ ਜਾ ਸਕਦਾ। ਹੁਣ ਸਾਧ ਸੰਗਤ ਜੀ, ਆਪਾਂ ਜਿਹੜੀ ਮੈਂ ਪਹਿਲਾਂ ਵਿਚਾਰ ਕਰ ਰਿਹਾ ਸੀ, ਉਹ ਤੇ ਆਪਾਂ ਥੋੜੀ ਜਿਹੀ ਹੋਰ ਵਿਚਾਰ ਕਰਦੇ ਹਾਂ ਬਾਣੀ ਤੇ। ਆਪਾਂ ਇੱਥੇ ਅੱਜ ਸਮਾਪਤ ਕਰ ਦਿੰਦੇ, ਠੀਕ ਹੈ ਗਿੱਲ ਸਾਹਿਬ? ਜੀ ਪੌੜੀ ਵੀ ਖਤਮ ਹੋ ਗਈ। ਹਾਂਜੀ ਠੀਕ ਹੈ। ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆ ਨਾ, ਅਸਲ ਦੇ ਵਿੱਚ ਇਹ ਹਰ ਪਲ ਸਾਡੇ ਨਾਲ ਨਹੀਂ ਰਹਿੰਦੇ। ਇਹ ਕੇਵਲ ਪ੍ਰਗਟ ਹੁੰਦੇ ਆ ਸਰਟਨ ਅਮਾਉਂਟ। ਕ੍ਰੋਧ ਵੇਖ ਲਓ ਤੁਸੀਂ, 24 ਘੰਟੇ ਥੋੜੀ ਕ੍ਰੋਧ 'ਚ ਰਹਿੰਦੇ। ਇੱਕ ਟਾਈਮ ਹੁੰਦਾ ਜਦੋਂ ਉਹ ਚੀਜ਼ ਪ੍ਰਗਟ ਹੋ ਜਾਂਦੀ ਆ, ਔਰ ਉਹ ਇੰਨੇ ਪ੍ਰਚੰਡ ਰੂਪ ਤੇ ਪ੍ਰਗਟ ਹੁੰਦੀ ਆ, ਔਰ ਅਸੀਂ ਅਗਲੇ ਬੰਨੇ ਵੇਖਦੇ ਨਹੀਂ ਆ ਕਿ ਸਾਡੀ ਮਾਂ ਵਾ, ਭੈਣ ਆ, ਭਰਾ ਵਾ। ਪਰ ਜਦੋਂ ਕ੍ਰੋਧ ਚਿੱਤ 'ਚ ਆ ਗਿਆ, ਚਿੱਤ ਨੂੰ ਸ਼ਾਂਤ ਨਹੀਂ ਹੋਣਾ। ਘੱਟੋ ਘੱਟ ਜ਼ਿਆਦਾ ਨਹੀਂ ਤੇ 2 ਦਿਨ ਲੱਗ ਜਾਣੇ ਹਨ, 1-2 ਦਿਨ। ਜਦੋਂ ਵੀ ਤੁਹਾਨੂੰ ਕ੍ਰੋਧ ਆਇਆ, ਤੁਹਾਡੇ ਚਿੱਤ 'ਚ ਉਹਦੀ ਤਰੰਗ ਪੈਦਾ ਹੋ ਗਈ ਤੇ ਚਿੱਤ ਨੇ ਸ਼ਾਂਤ ਨਹੀਂ ਹੋਣਾ। ਘੱਟੋ ਘੱਟ 2 ਦਿਨ ਉਹਦਾ ਅਸਰ ਰਹਿੰਦਾ। ਔਰ ਇਹ ਜਿਹੜਾ ਵਾ ਸਾਡੇ, ਇਹ ਕੀ ਹੁੰਦਾ ਕਿ ਸਾਡੇ ਅੰਤਰਾਕਰਨ ਦੀ ਇੱਕ ਭਾਵਨਾ ਹੈ, ਔਰ ਜਦੋਂ ਵੀ ਇਹ ਪ੍ਰਗਟ ਹੁੰਦੀ ਹੈ, ਔਰ ਸਾਡਾ ਚਿੱਤ ਜਿਹੜਾ ਵਾ ਘੱਟੋ ਘੱਟ 1 ਦਿਨ 2 ਦਿਨ ਉਹਦੇ ਅਸਰ 'ਚ ਰਹਿੰਦਾ। ਜਦ ਕਿ ਸਾਡਾ ਜਿਹੜਾ ਸੁਭਾਅ ਹੈਗਾ ਉਹ ਹੈਗਾ ਸੱਚ ਚਿੱਤ ਆਨੰਦ। ਅਸੀਂ ਆਨੰਦ ਸਰੂਪ ਹਾਂ, ਪਰ ਅਸੀਂ ਕਿਉਂ ਦੁਖੀ ਹਾਂ? ਕਿਉਂਕਿ ਅਸੀਂ ਆਪਣਾ ਰੂਪ ਛੱਡ ਕੇ, ਅਸੀਂ ਆਪਣਾ ਸੁਭਾਅ ਦਾ ਤਿਆਗ ਕਰਕੇ ਅਸੀਂ ਪ੍ਰਕਿਰਤੀ ਨੂੰ ਸੱਚ ਸਮਝ ਲਿਆ, ਔਰ ਪ੍ਰਕਿਰਤੀ ਦੇ ਵਿੱਚ ਜੋ ਵੀ ਹਲਚਲ ਹੋ ਰਹੀ ਹੈ ਉਹਦੇ ਤੇ ਰਿਐਕਸ਼ਨ ਕਰ ਰਹੇ ਹਾਂ। ਜੇਕਰ ਅਸੀਂ ਲਗਾਤਾਰ ਧਿਆਨ ਸਿਮਰਨ ਕਰਦੇ ਜਾਂਦੇ ਹਾਂ ਤੇ ਹੌਲੀ ਹੌਲੀ ਕੀ ਹੁੰਦਾ ਵਾ ਕਿ ਸਾਡੀ ਜਿਹੜੀ ਸੁਰਤੀ ਉਹ ਆਤਮ ਤੱਤ 'ਚ ਵਾਪਸ ਆਉਂਦੀ ਜਾਂਦੀ ਆ। ਔਰ ਜਿਵੇਂ ਜਿਵੇਂ ਆਤਮ ਤੱਤ ਸੁਰਤੀ ਆਉਂਦੀ ਜਾਊਗੀ ਤੇ ਸਾਡੇ ਅੰਦਰ ਜਿਹੜੀ ਹੈ ਨਾ, ਜਿਹੜੀ ਮਤਲਬ ਜਿਹੜੀ ਅੰਦਰ ਕਪੈਸਿਟੀ ਆ ਉਹ ਵੱਧਦੀ ਜਾਣੀ ਹੈ। ਸਧਾਰਨ ਦੁੱਖ ਜਿਹੜਾ ਸਾਨੂੰ ਪਰੇਸ਼ਾਨੀ ਕਰ ਸਕਦਾ, ਮਾੜੀ ਮੋਟੀ ਗੱਲ ਹੋ ਗਈ, ਉਹ ਚਿੱਤ ਤੇ ਰਿਫਲੈਕਟ ਨਹੀਂ ਹੋਊਗੀ। ਹੁਣ ਇਸ ਟਾਈਮ ਇੱਕ ਕੁੜੀ ਦਾ ਫੋਨ ਆਇਆ ਸੀ ਹੁਣੇ ਮੈਨੂੰ, ਤੇ ਉਹ ਕਹਿੰਦੀ ਕਿ ਵੀਰ ਜੀ ਮੈਂ 2-4 ਦਿਨ ਹੋ ਗਿਆ ਤੇ ਮੈਂ ਲਗਾਤਾਰ ਆ ਜਿਹੜਾ ਸਿੱਖਾਂ ਦਾ ਜਿਹੜਾ ਦੇਖ ਸੁਣ ਰਹੀ ਆ ਅੰਦੋਲਨ ਜਿਹਾ, ਉਹਦੇ ਕਰਕੇ ਹੁਣ 3-4 ਦਿਨ ਹੋ ਗਏ ਸਮਾਧੀ ਨਹੀਂ ਲੱਗ ਰਹੀ। ਉਹਦਾ ਕਾਰਨ ਇਹੋ ਹੀ ਆ ਕਿ ਜਦੋਂ ਆਪਾਂ ਕਿਸੇ ਚੀਜ਼ ਨੂੰ ਲੋੜ ਤੋਂ ਜ਼ਿਆਦਾ ਵਹਿੰਦੇ ਹਾਂ ਜਾਂ ਲੋੜ ਤੋਂ ਜ਼ਿਆਦਾ ਆਪਾਂ ਕੁਝ ਕਰਦੇ ਹਾਂ, ਹੁਣ ਤੁਹਾਨੂੰ ਇਸ ਲਈ ਕਿਹਾ ਜਾਂਦਾ ਕਿ ਜ਼ਿਆਦਾ ਫੋਨ ਤੇ ਖਬਰਾਂ ਨਾ ਸੁਣਿਆ ਕਰੋ,
ਜਾਂ ਟੀਵੀ ਨਾ ਵੇਖਿਆ ਕਰੋ ਜ਼ਿਆਦਾ। ਕਿਉਂ? ਕਿਉਂਕਿ ਇਹ ਜਿਹੜੀਆਂ ਚੀਜ਼ਾਂ ਵਾ ਤੁਹਾਡੇ ਚਿੱਤ 'ਚ ਚੱਲ ਜਾਂਦੀਆਂ ਨੇ। ਹੁਣ ਜਿਹੜਾ ਸਾਧਕ ਹੁੰਦਾ, ਸਾਧਕ ਦਾ ਚਿੱਤ ਥੋੜ੍ਹਾ ਬਹੁਤਾ ਸਾਫ਼ ਕੀਤਾ ਉਹਨੇ ਸਾਧਨਾ ਦੇ ਨਾਲ, ਤੇ ਜਦੋਂ ਵੀ ਉਹ ਚੀਜ਼ ਉਹਦੇ ਨਾਲ ਜਾ ਕੇ ਚਿੰਬੜੂਗੀ ਤੇ ਉਹਦੇ ਨੇ ਕੀ ਕਰਨਾ, ਉਹ ਚੀਜ਼ ਨੇ ਉੱਥੋਂ ਨਿਕਲਣਾ ਨਹੀਂ ਛੇਤੀ ਕੀਤਾ। ਕੋਸ਼ਿਸ਼ ਕਰਿਆ ਕਰੋ ਕੇਵਲ ਓਨੀ ਹੀ ਜਾਣਕਾਰੀ ਪ੍ਰਾਪਤ ਕਰਿਆ ਕਰੋ ਜਿੰਨੀ ਤੁਹਾਨੂੰ ਲੋੜ ਹੈ। ਨਹੀਂ ਲੋੜ ਤੇ ਵੀ ਫਾਲਤੂ ਦੀ ਚੀਜ਼ ਨਾ ਵੇਖਿਆ ਕਰੋ। ਕਿਉਂਕਿ ਜਿਹੜਾ ਮਨ ਆ, ਮਨ ਦਾ ਸੁਭਾਅ ਪਤਾ ਕੀ ਆ, ਤੁਸੀਂ ਮਨ ਨੂੰ ਇੱਕ ਚੀਜ਼ ਦਿੱਤੀ ਨਾ, ਇਹਨੇ 2 ਮੰਗਣੀਆਂ, ਤੁਸੀਂ 2 ਦਿੱਤੀਆਂ ਤੇ ਇਹਨੇ 4 ਮੰਗਣੀਆਂ, ਇਹਦੀ ਡਿਮਾਂਡ ਵੱਧਦੀ ਜਾਣੀ। ਤੁਸੀਂ ਕੋਈ ਵੀ ਵੇਖ ਲਓ, ਵਾਇਲੈਂਸ ਜਿਹਾ ਵਾਲਾ ਗਾਣਾ ਸੁਣ ਲਿਓ, ਤੁਹਾਡੇ ਅੰਦਰ ਇੱਕਦਮ ਕੰਪਨ ਜੀ ਪੈਦਾ ਹੋ ਜਾਣੀ, ਤੁਹਾਡੇ ਸਾਰੇ ਪ੍ਰਾਣ ਹਿੱਲਣ ਡੈ ਪੈਣੇ। ਸੋ ਇਹਨਾਂ ਚੀਜ਼ਾਂ ਦਾ ਤੁਹਾਡੇ ਜੀਵਨ ਤੇ ਬਹੁਤ ਪ੍ਰਭਾਵ ਪੈਂਦਾ। ਕੋਸ਼ਿਸ਼ ਕਰਿਆ ਕਰੋ ਇਹਨਾਂ ਚੀਜ਼ਾਂ ਨੂੰ ਨਾ ਦੇਖਿਆ ਕਰੋ। ਦੇਖੋ ਜਿਹੜਾ ਚਿੱਤ ਹੈ ਨਾ, ਚਿੱਤ ਦੇ ਵਿੱਚ ਕੋਈ ਵੀ ਤਰੰਗ ਪੈਦਾ ਹੁੰਦੀ ਆ, ਉਹ ਭੌਤਿਕ ਜਗਤ ਚੋਂ ਪੈਦਾ ਹੁੰਦੀ ਆ। ਉਹ ਸਾਡਾ ਹਿੱਸਾ ਨਹੀਂ ਹੈਗਾ। ਅਸੀਂ ਕੀ ਹੈਗੇ ਆ, ਸਾਖੀ ਹਾਂ। ਪਰ ਅਗਿਆਨ ਵਸ 'ਚ ਅਸੀਂ ਕੀ ਕਰ ਰਹੇ ਕਿ ਉਸ ਤਰੰਗ ਨੂੰ ਅਸੀਂ ਅਸਲੀ ਸਮਝ ਲੈਂਦੇ, ਜਦ ਕਿ ਉਹ ਤਰੰਗ ਆਈ, ਉਹਨੇ ਆ ਕੇ ਚੱਲ ਜਾਣਾ। ਪਰ ਜਦੋਂ ਸਾਡਾ ਚਿੱਤ ਉਸ ਤਰੰਗ ਨੂੰ ਫੜ ਲੈਂਦਾ, ਫਿਰ ਉਹ ਚੀਜ਼ ਨੂੰ ਛੱਡਦਾ ਨਹੀਂ ਹੈ ਛੇਤੀ ਕੀਤੇ। ਆਪ ਜੀ ਵੇਖੋ, ਕੋਈ ਵੀ ਚੀਜ਼ ਆਪਦੀ ਜੇ ਚਿੱਤ 'ਚ ਜਿਹੜੀ ਆ ਗਈ ਨਾ, ਉਹ ਚਿੱਤ 'ਚੋਂ ਨਿਕਲਣੀ ਨਹੀਂ। ਔਰ ਕੋਸ਼ਿਸ਼ ਕਰਿਆ ਕਰੋ, ਇਹਦਾ ਇੱਕ ਬੈਸਟ ਤਰੀਕਾ ਇਹੋ ਹੀ ਆ, ਜਦੋਂ ਚੀਜ਼ ਆਈ ਆ ਉਹਨੂੰ ਉਦੋਂ ਲੈਟ ਗੋ ਕਰੋ, ਉਹਨੂੰ ਹੋਲਡ ਨਾ ਕਰਿਆ ਕਰੋ। ਜਦੋਂ ਤੁਸੀਂ ਚਿੰਤਨ ਕਰਤਾ ਘੰਟਾ 1.5 ਘੰਟਾ ਬਾਰ-ਬਾਰ, ਕਿਉਂਕਿ ਇਹ ਤੁਹਾਡੀ ਮਰਜ਼ੀ ਹੈ, ਤੁਸੀਂ ਚਿੰਤਨ ਕਰਨਾ ਜਾਂ ਨਹੀਂ ਕਰਨਾ। ਅਗਰ ਤੁਸੀਂ ਵਾਰ-ਵਾਰ ਉਸ ਚੀਜ਼ ਦਾ ਚਿੰਤਨ ਕਰਦੇ ਜਾਓ, ਉਹ ਤੁਹਾਡੇ ਮਸਤਕ ਦੇ ਅੰਦਰ ਬਹੁਤ ਗਹਿਰੇ ਤਲ 'ਚ ਚਲੀ ਜਾਵੇਗੀ। ਇਹ ਚੀਜ਼ ਦਾ ਧਿਆਨ ਰੱਖਣਾ ਹੈ। ਇੱਕ ਜੀਵਨ ਦੇ ਵਿੱਚ ਜਿਹੜੀਆਂ ਚੀਜ਼ਾਂ ਬੀਤ ਗਈਆਂ ਨੇ, ਖਾਸ ਕਰਕੇ ਉਹਨਾਂ ਦਾ ਵੀ ਧਿਆਨ ਰੱਖਿਆ ਕਰੋ। ਕੋਸ਼ਿਸ਼ ਕਰਿਆ ਕਰੋ ਉਹਨਾਂ ਗੱਲਾਂ ਦਾ ਚਿੰਤਨ ਨਾ ਕਰਿਆ ਕਰੋ। ਜਿੱਦਾਂ ਮੰਨ ਲਓ ਤੁਸੀਂ ਦਿਨੇ ਬੈਠੇ ਜੋ, ਕੋਈ ਵੀ ਪੁਰਾਣੀ ਗੱਲ ਜਿਹੜੀ ਬੀਤੀ ਆ ਉਹ ਤੁਹਾਡੇ ਮਨ 'ਚ ਆ ਗਈ ਆ, ਤੇ ਤੁਸੀਂ ਇਹ ਗੱਲ ਆਪਣੇ ਮਨ ਨੂੰ ਕਹਿਣੀ ਆ ਕਿ ਇਹ ਜਿਹੜੀ ਚੀਜ਼ ਬੀਤ ਚੁੱਕੀ ਆ, ਹੁਣ ਇਹਦੇ ਤੇ ਚਿੰਤਨ ਨਹੀਂ ਕਰਨਾ, ਕਿਉਂਕਿ ਕੁਝ ਪ੍ਰਾਪਤ ਨਹੀਂ ਹੋਣਾ। ਉਹ ਤੇ ਚੀਜ਼ ਨਾ ਕਿ ਸੱਪ ਲੰਘ ਗਿਆ, ਹੁਣ ਉਸ ਲਕੀਰ ਨੂੰ ਕੁੱਟਣ ਦਾ ਕੀ ਫਾਇਦਾ। ਹਾਂ, ਅਗਰ ਕਿਸੇ ਬੰਦੇ ਦੇ ਪ੍ਰਤੀ ਵੀ ਤੁਹਾਡੇ ਮਨ 'ਚ ਕੋਈ ਹੀਨ ਭਾਵਨਾ ਆਉਂਦੀ ਹੈ ਜਾਂ ਮਾੜਾ ਚੰਗਾ ਆਉਂਦਾ, ਮੈਂ ਤੇ ਕਹਿੰਦਾ ਕਿ ਜੇ ਜ਼ਿਆਦਾ ਪ੍ਰੋਬਲਮ ਹੈਗੀ ਹੈ ਤਾਂ ਉਸ ਬੰਦੇ ਨਾਲ ਡਾਇਰੈਕਟ ਗੱਲ ਕੀਤੀ ਜਾਵੇ। ਕਿਉਂਕਿ ਜਿਹੜੀ ਚੀਜ਼ ਤੁਸੀਂ ਆਪਣੇ ਮਨ 'ਚ ਬਾਰ-ਬਾਰ ਚਿੰਤਨ ਕਰ ਰਹੇ ਜੋ, ਉਹ ਚੀਜ਼ ਨੇ ਕੀ ਹੋਣਾ ਕਿ ਤੁਹਾਡੇ ਚਿੱਤ ਦੇ ਵਿੱਚ ਇੱਕ ਜਗ੍ਹਾ ਬਣਾ ਲੈਣੀ ਹੈ, ਔਰ ਬਾਰ-ਬਾਰ ਤੁਹਾਡੀ ਸੁਰਤੀ ਉਸੇ ਖੱਡੇ 'ਚ ਵਜਾਊਗੀ। ਸਾਡਾ ਮਸਤਕ ਕੀ ਹੁੰਦਾ ਕਿ ਸਾਡੇ ਮਸਤਕ 'ਚ ਨਾ ਲੀਕਾਂ ਪੈ ਜਾਂਦੀਆਂ ਅੰਦਰ। ਤੇ ਹੁਣ ਤੁਹਾਡਾ ਜਿਹੜਾ ਛੋਟਾ ਚੇਤਨ ਮਨ ਹੈ ਨਾ, ਚੇਤਨ ਮਨ ਥੋੜਾ ਜਿਹਾ ਹਿੱਸਾ ਵਾ, ਤੇ ਰਾਤ ਨੂੰ ਜਦੋਂ ਆਪਾਂ ਸੌਂਦੇ ਹਾਂ, ਉਹ ਜਿਹੜੀਆਂ ਗੱਲਾਂ ਸਾਰੀਆਂ ਸਾਨੂੰ ਭੁੱਲ ਜਾਂਦੀਆਂ। ਪਰ ਕਿਸੇ ਤਰੀਕੇ ਨਾਲ ਅਸੀਂ ਕਰਦੇ ਹਾਂ ਕਿ ਜਦੋਂ ਵੀ ਉਹ ਚੀਜ਼ਾਂ ਦਿਨੇ ਅਸੀਂ ਉੱਠ ਪੈਂਦੇ ਹਾਂ, ਤੇ ਉਹ ਜਿਹੜੀਆਂ 2 4 5 ਦਾ ਗੱਲਾਂ ਹੁੰਦੀਆਂ, ਉਹ ਸਾਡੇ ਮਨ ਦੇ ਵਿੱਚ ਆਉਂਦੀਆਂ ਨੇ। ਜੇਕਰ ਆਪਾਂ ਜਿਵੇਂ ਗੱਡੇ ਦੀਆਂ ਲੀਹਾਂ ਪੈ ਜਾਂਦੀਆਂ ਜੀ, ਉਹ ਪੱਕੀਆਂ ਹੋ ਜਾਂਦੀਆਂ ਜੀ, ਹਾਂ ਮਿਟਦੀਆਂ ਨਹੀਂ। ਜਾਂ ਅਸੀਂ ਪਾਣੀ ਕੱਢਦੇ ਹਾਂ ਜੀ, ਉਹ ਮਤਲਬ ਪੱਥਰ ਦੀ ਧੌਣ ਨਾਲ, ਰੱਸੀ ਨਾਲ ਹੀ, ਕੱਲੀ ਕੱਚੀ ਰੱਸੀ ਨਾਲ ਹੀ ਉਹ ਇੱਕ ਸਲਿੱਟ ਜੀ ਬਣ ਜਾਂਦੀ ਹੈ ਜੀ, ਬਾਰ-ਬਾਰ ਕਰਨ ਨਾਲ। ਹੁਣ ਉਹਦੀ ਜਿਹੜੀ ਤਰੰਗ ਆ ਨਾ, ਉਹ ਤਰੰਗ ਤੁਹਾਡੇ ਮਨ 'ਚ ਆਉਣੀ ਆ, ਔਰ ਤਰੰਗ ਨੂੰ ਤੁਸੀਂ ਉਹਨੂੰ ਕੀ ਕਰਨਾ, ਉਹਨੂੰ ਬੂਸਟ ਨਹੀਂ ਕਰਨਾ। ਉਹਨੂੰ ਬੂਸਟ ਨਹੀਂ ਕਰਨ ਦਾ ਇੱਕੋ ਹੀ ਤਰੀਕਾ ਹੈਗਾ, ਦੇਖੋ, ਤਰੰਗ ਤੋਂ ਥੋੜੀ ਜਿਹੀ ਦੂਰੀ ਬਣਾ ਕੇ ਰੱਖਿਆ ਕਰੋ। ਹੈ ਤੇ ਆ ਕਿ ਤੁਹਾਡੇ ਮਨ ਦੇ ਅੰਦਰ ਹੀ ਹੈ, ਖਿਚੜੀ ਭੱਪਾ ਵਾ, ਇਕੱਠਾ ਹੀ ਆ, ਪਰ ਤੁਸੀਂ ਥੋੜਾ ਜਿਹਾ ਧਿਆਨ ਦਿਓਗੇ ਨਾ, ਤੁਹਾਨੂੰ ਪਤਾ ਲੱਗ ਜਾਣਾ ਕਿ ਮਨ ਜਿਹੜਾ ਨਾ, ਉਹ ਬਿਨਾਂ ਮਤਲਬ ਦੀ ਚੀਜ਼ 'ਚ ਉਲਝਿਆ ਪਿਆ। ਉਹ ਚੀਜ਼ ਨੂੰ ਤੁਸੀਂ ਸਟਾਪ ਕਰ ਸਕਦੇ ਹੋ, ਕਿਉਂਕਿ ਜਦੋਂ ਵੀ ਤੁਸੀਂ ਕਿਸੇ ਚੀਜ਼ ਨਾਲ ਜੁੜ ਜਾਂਦੇ ਜੋ, ਤੁਸੀਂ ਆਪਣੇ ਆਪ ਤੋਂ ਟੁੱਟ ਜਾਂਦੇ ਜੋ। ਜੋ ਤੁਹਾਡਾ ਨਿੱਜ ਸਰੂਪ ਹੈ, ਉਹ ਹੈਗਾ ਸ਼ਾਂਤੀ ਤੇ ਪਰਮ ਆਨੰਦ, ਔਰ ਉਹ ਕਿਸੇ ਕਾਰਨ ਨਹੀਂ ਹੈਗਾ, ਉਹ ਕਿਸੇ ਤੇ ਡਿਪੈਂਡੈਂਟ ਨਹੀਂ ਹੈਗਾ। ਨਾ ਉਹਨੂੰ ਪਦਾਰਥ ਦੀ ਲੋੜ ਹੈ, ਨਾ ਉਹਨੂੰ ਕਿਸੇ ਬੰਦੇ ਦੀ ਲੋੜ ਹੈ, ਕੇਵਲ ਤੁਹਾਡੀ ਮਰਜ਼ੀ ਹੈ ਤੁਸੀਂ ਕੀ ਕਰਨਾ। ਜਦੋਂ ਤੁਸੀਂ ਉਸ ਚੀਜ਼ ਨੂੰ, ਉਹਨੂੰ ਸਪੋਰਟ ਕੀਤਾ, ਮੰਨ ਲਓ ਮੈਂ ਇੱਥੇ ਕਮਰੇ 'ਚ ਬੈਠਾ ਤੇ ਹੁਣ ਆ ਕਿਸਾਨ ਯੂਨੀਅਨ ਦਾ ਮੇਰੇ ਮਨ 'ਚ ਵਿਚਾਰ ਆ ਗਿਆ। ਮੇਰੇ ਕੋਲ 2 ਆਪਸ਼ਨ ਹੈਗਾ। ਮੈਂ ਇਹ ਕਹਿ ਸਕਦਾ ਕਿ ਬਈ ਉੱਥੇ ਬੰਦੇ ਹੈਗੇ ਨੇ, ਸਿਆਣੇ ਬੰਦੇ ਬੈਠੇ ਨੇ, ਤੇ ਉਹ ਆਪਣਾ ਜੋ ਵੀ ਹੈ ਸਹੀ ਫੈਸਲਾ ਕਰ ਰਹੇ, ਆਪਾਂ ਸਪੋਰਟ ਕਰ ਰਹੇ ਹਾਂ। ਤੇ ਜੇ ਤੁਸੀਂ ਆਪਣੇ ਆਪ ਨੂੰ ਪਰੇਸ਼ਾਨ ਕਰਨਾ ਚਾਹੁੰਦੇ ਹੋ, ਫਿਰ ਫੇਸਬੁੱਕ ਤੇ ਚੱਲ ਜਾਓ, YouTube ਤੇ ਚੱਲ ਜਾਓ, ਵੀਡੀਓ ਵੇਖਣੀਆਂ ਸ਼ੁਰੂ ਕਰੋ। ਤੁਸੀਂ ਇੱਕ ਵੇਖਣੀ ਆ, ਫਿਰ ਦੂਜੀ ਵੇਖਣੀ, ਫਿਰ 4 ਵੇਖਣੀਆਂ। 1 ਘੰਟੇ 'ਚ ਤੁਹਾਡੇ ਅੰਦਰ ਇੰਨੀ ਜ਼ਿਆਦਾ ਉਹਦੀ એનર્ਜੀ ਆ ਜਾਣੀ ਆ, ਤੁਹਾਡੇ ਜਿਹੜਾ ਚਿੱਤ ਹੈ ਨਾ, ਉਹ ਸਾਰੇ ਗੰਦ ਦੇ ਨਾਲ ਹੀ ਭਰ ਜਾਣਾ। ਤੁਹਾਨੂੰ ਹੋਰ ਕੋਈ ਚੀਜ਼ ਦਿਖਣੀ ਨਹੀਂ। ਤੁਸੀਂ ਚੰਗੀ ਤਰ੍ਹਾਂ ਰੋਟੀ ਨਹੀਂ ਬਣਾ ਸਕਦੇ, ਤੁਸੀਂ
ਚੰਗੀ ਤਰ੍ਹਾਂ ਆਪਣਾ ਕੰਮ ਨਹੀਂ ਕਰ ਸਕਦੇ। ਤੁਸੀਂ ਪੜ੍ਹਨ ਵੀ ਜਾਓਗੇ ਤੁਹਾਡੇ ਦਿਮਾਗ 'ਚ ਉਹੀ ਗੰਦ ਘੁੰਮੀ ਜਾਣਾ। ਇਹ ਦੇਖੋ ਇੰਨਾ ਫਰਕ ਪੈਂਦਾ, ਕਿਉਂਕਿ ਜਿਹੜਾ ਚਿੱਤ ਉਹ ਚੀਜ਼ ਨੂੰ ਫੜਦਾ ਵਾ, ਔਰ ਉਹ ਮੋਬਾਈਲ ਖੋਲਣਾ ਜਾਂ ਨਹੀਂ ਖੋਲਣਾ, ਉਸ ਟੌਪਿਕ ਤੇ ਗੱਲ ਸੁਣਨੀ ਜਾਂ ਨਹੀਂ ਸੁਣਨੀ, ਇਹ ਫੈਸਲਾ ਤੁਹਾਡਾ ਵਾ। ਇਹੋ ਹੀ ਗੱਲ ਤੁਹਾਡੀ ਆਪਣੇ ਫੈਮਿਲੀ ਪ੍ਰਤੀ ਹੈ। ਮੰਨ ਲਓ ਤੁਹਾਡੀ ਨੂੰਹ ਸੱਸ ਨਾਲ ਪ੍ਰੋਬਲਮ ਹੈ, ਸੱਸ ਨਾਲ ਪ੍ਰੋਬਲਮ ਹੈ, ਜਾਂ ਹੋਰ ਕਿਸੇ ਨਾਲ ਪ੍ਰੋਬਲਮ ਹੈ, ਆਂਢ ਗੁਆਂਢ ਪ੍ਰੋਬਲਮ ਹੈ, ਮਨ 'ਚ ਵਿਚਾਰ ਆਉਣਾ, ਉਸ ਵਿਚਾਰ ਨੂੰ ਤੁਸੀਂ ਉੱਥੇ ਖਤਮ ਕਰ ਸਕਦੇ ਹੋ। ਤੁਸੀਂ ਇਹ ਕਹਿ ਸਕਦੇ ਕਿ ਹੁਣ ਕੋਈ ਗੱਲ ਨਹੀਂ ਕਰਨੀ ਉਸ ਚੀਜ਼ ਦੇ ਪ੍ਰਤੀ, ਉਹ ਗੱਲ ਖਤਮ ਹੋ ਚੁੱਕੀ ਹੈ, ਉਹ ਗੱਲ ਤੇ ਉੱਥੇ ਖਤਮ ਹੋ ਜਾਂਦੀ ਹੈ। ਪਰ ਜੇ ਤੁਸੀਂ ਉਹਨੂੰ ਅਟੈਂਡ ਕਰਦੇ ਜੋ, ਉਹਦੇ ਵਿੱਚ ਉਲਝਦੇ ਜੋ, ਫਿਰ ਕੀ ਹੋਊਗਾ? ਫਿਰ ਉਹਨੇ ਕੀ ਕਰਨਾ ਕਿ ਹੌਲੀ ਹੌਲੀ ਕਰਕੇ ਤੁਹਾਡੇ ਚਿੱਤ ਦੇ ਉੱਪਰ ਇੱਕ ਜਗ੍ਹਾ ਬਣਾ ਲੈਣੀ ਹੈ। ਔਰ ਜਦੋਂ ਵੀ ਤੁਸੀਂ ਆਈਡਲ ਟਾਈਮ ਬੈਠੇ ਜੋ, ਵਿਹਲੇ ਬੈਠੇ ਜੋ, ਕੁਛ ਨਹੀਂ ਕਰਦੇ ਜੋ, ਉਸੇ ਟਾਈਮ ਹੀ ਜਿਹੜਾ ਮਨ ਆ ਉੱਥੇ ਜਾਊਗਾ, ਉਸੇ ਜਗ੍ਹਾ 'ਚ ਜਾਊਗਾ। ਇਹਨੇ ਉਹ ਚੀਜ਼ ਨੂੰ ਹੋਰ ਵੱਡਾ ਕਰਨ ਦੀ ਕੋਸ਼ਿਸ਼ ਕਰਨਾ, ਜਿੱਦਾਂ ਮੱਕੜੀ ਦੇ ਜਾਲੇ ਨੂੰ, ਔਰ ਉਹ ਤੁਹਾਡੇ ਦੁੱਖਾਂ ਦਾ ਜੀਵਨ ਕਾਰਨ ਬਣਦੀ ਹੈ। ਇਨਸਾਨ ਦੁਖੀ ਕਿਸੇ ਕਾਰਨ ਨਹੀਂ ਆ, ਇਨਸਾਨ ਬੇਸਮਝੀ ਕਰਕੇ ਦੁਖੀ ਹੈ, ਅਵਿਦਿਆ ਦੇ ਕਰਕੇ ਦੁਖੀ ਹੈ। ਸੋ ਇਸ ਚੀਜ਼ ਦਾ ਧਿਆਨ ਰੱਖਣਾ। ਇੱਕ ਜਿਹੜਾ ਬੀਤੀਆਂ ਹੋਈ ਚੀਜ਼ਾਂ ਵਿੱਚ ਗਵਾਚਣਾ ਨਹੀਂ ਆ, ਉਹਦੇ ਨਾਲੋਂ ਆਪਣਾ ਥੋੜਾ ਜਿਹਾ ਫਰਕ ਬਣਾ ਕੇ ਰੱਖੋ। ਇੱਕ ਜਦੋਂ ਵੀ ਮਨ 'ਚ ਕੋਈ ਵਿਚਾਰ ਆਇਆ ਵਾ, ਪਤਾ ਲੱਗ ਗਿਆ ਮਨ ਉਲਝ ਗਿਆ ਵਾ, ਉਸੇ क्षण ਹੀ ਕੋਸ਼ਿਸ਼ ਕਰੋ ਮਨ ਨੂੰ ਅਲੱਗ ਕਰ ਦਿਓ। ਇਹ ਕਹਿ ਦਿਓ ਕਿ ਇਸ ਚੀਜ਼ ਦੇ ਬਾਰੇ ਹੋਰ ਡਿਸਕਸ ਨਹੀਂ ਕਰਨਾ। ਇੱਕ ਇਹ ਤਰੀਕਾ ਹੈ। ਜਦੋਂ ਤੁਸੀਂ ਇੰਨੀ ਗੱਲ ਕਹੀ, ਤੁਹਾਡਾ ਚਿੱਤ ਖਾਲੀ ਹੋ ਗਿਆ, ਫਿਰ ਆਨੰਦ ਆ ਗਿਆ। ਫਿਰ ਕੋਈ ਚੀਜ਼ ਆ ਗਈ, ਫਿਰ ਆਨੰਦ ਭੰਗ ਹੋ ਜਾਣਾ। ਸ਼ੁਰੂ 'ਚ ਤੁਹਾਨੂੰ 5-10 ਦਿਨ 20 ਦਿਨ ਮੁਸ਼ਕਲ ਆਊਗੀ, ਮੁੜ ਕੇ ਆਪਣੇ ਆਪ ਹੀ ਤੁਹਾਨੂੰ ਪਤਾ ਲੱਗ ਜਾਣਾ। ਫਿਰ ਤੁਹਾਨੂੰ ਪਤਾ ਲੱਗ ਜਾਊਗਾ ਕਿਹੜੀ ਚੀਜ਼ ਜ਼ਰੂਰੀ ਹੈ ਤੇ ਕਿਹੜੀ ਚੀਜ਼ ਗੈਰ ਜ਼ਰੂਰੀ ਹੈ। ਦੇਖੋ, ਦੁੱਖ ਜਿਹੜਾ ਵਾ ਨਾ, ਦੁੱਖ ਇਨਸਾਨ ਸਰੀਰਕ ਦੁੱਖ ਕਰਕੇ ਦੁਖੀ ਨਹੀਂ ਹੁੰਦਾ। ਆਪਾਂ ਦੁਖੀ ਹਾਂ ਆਪਾਂ ਕੇਵਲ ਚਿੰਤਨ ਦੇ ਕਰਕੇ, ਵਿਚਾਰਾਂ ਦੇ ਕਰਕੇ। ਜਦੋਂ ਅਸੀਂ ਵਿਹਲੇ ਹੁੰਦੇ ਹਾਂ, ਸਾਡੇ ਕੋਲ ਕੋਈ ਕੰਮ ਨਹੀਂ ਆ, ਅਸੀਂ ਉਹਨਾਂ ਚੀਜ਼ਾਂ ਨੂੰ ਬਾਰ-ਬਾਰ ਮਨ 'ਚ ਰਿੜਕਦੇ ਹਾਂ, ਮਧਾਣੀ ਪਾ ਕੇ ਰੱਖਦੇ ਹਾਂ ਪਾਣੀ ਦੇ ਵਿੱਚ। ਔਰ ਆਪ ਜੀ ਨੂੰ ਵੀ ਪਤਾ ਹੈ, ਪਾਣੀ ਤੇ ਮਧਾਣੀ ਪਾਉਣ ਦੇ ਨਾਲ ਕਿਸੇ ਚੀਜ਼ ਦੀ ਪ੍ਰਾਪਤੀ ਨਹੀਂ ਹੋਣੀ, ਕਿਤੇ ਪਾਣੀ ਆ। ਹੁਣ ਲੱਸੀ 'ਚ ਮਧਾਣੀ ਪਾ ਕੇ ਬਹਿ ਜਾਓ, ਉੱਥੋਂ ਕੁਛ ਨਿਕਲਣਾ? ਕੁਛ ਨਹੀਂ ਨਿਕਲਣਾ। ਔਰ ਜੇਕਰ ਤੁਸੀਂ ਚਾਹੋ ਤੇ ਸਾਰੀ ਜ਼ਿੰਦਗੀ ਮਧਾਣੀ ਪਾ ਕੇ ਰੱਖ ਸਕਦੇ। ਲੱਸੀ ਹੈ, ਚਿੱਟੇ ਰੰਗ ਦੀ ਦਿਖਦੀ ਆ, ਇਸ ਕਰਕੇ ਮਨ ਨੂੰ ਵੀ ਚੰਗਾ ਲੱਗਦਾ ਕਿ ਸ਼ਾਇਦ ਕੁਛ ਨਿਕਲੂਗਾ, ਸ਼ਾਇਦ ਕੁਛ ਨਿਕਲੂਗਾ, ਪਰ ਤੋਂ ਨਿਕਲਣਾ ਕੁਛ ਨਹੀਂ। ਇਹ ਚੀਜ਼ ਦਾ ਧਿਆਨ ਰੱਖਣਾ ਹੈ। ਹੁਣ ਜਿਹੜਾ ਬ੍ਰਹਮ ਗਿਆਨੀ ਹੈ ਨਾ, ਬ੍ਰਹਮ ਗਿਆਨੀਆਂ ਨੇ ਕੀ ਕੀਤਾ ਕਿ ਉਹਨਾਂ ਨੇ ਕੇਵਲ ਇਹੋ ਲੱਭਿਆ ਵਾ ਕਿ ਸਧਾਰਨ ਮਨੁੱਖ ਜਿਹੜਾ ਨਾ, ਉਹ ਬਾਹਰ ਮੁਖੀ ਆ, ਔਰ ਸਾਰੀ ਜ਼ਿੰਦਗੀ ਉਹ ਬਾਹਰ ਹੀ ਭੱਜਦਾ ਰਹਿੰਦਾ ਹੈ, ਔਰ ਉਹਨਾਂ ਚੀਜ਼ਾਂ ਲਈ ਭੱਜਦਾ ਜਿਹੜੀਆਂ ਚੀਜ਼ਾਂ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਠੀਕ ਹੈ, ਆਪਾਂ ਨੂੰ ਜ਼ਰੂਰਤ ਹੈਗੀ ਆ, ਆਪਾਂ ਜਿੱਦਾਂ ਜੀਵਨ ਚਲਾਉਣਾ ਹੈ, ਪਰ ਇੱਕ ਸਮਾਂ ਆ ਜਾਂਦਾ ਇਨਸਾਨ ਪਾਗਲ ਹੋ ਜਾਂਦਾ, ਔਰ ਉਹਨਾਂ ਚੀਜ਼ਾਂ ਨੂੰ ਵੀ ਇਕੱਠਾ ਕਰਨਾ ਸ਼ੁਰੂ ਕਰ ਦਿੰਦਾ ਵਾ ਜਿਹੜੀਆਂ ਚੀਜ਼ਾਂ ਦੀ ਲੋੜ ਨਹੀਂ ਹੁੰਦੀ। ਔਰ ਉਹਦੇ ਕਰਕੇ ਵੀ ਬਹੁਤ ਸਾਰੇ ਲੋਕ ਦੁਖੀ ਨੇ ਤੇ ਪਰੇਸ਼ਾਨ ਨੇ। ਅਸਲ ਦੇ ਵਿੱਚ ਪਤਾ ਕੀ ਹੈ, ਇਨਸਾਨ ਦੁਖੀ ਇਸ ਕਰਕੇ ਹੈ ਕਿ ਇਹ ਚਾਹੁੰਦਾ ਕਿ ਦੂਜੇ ਲੋਕ ਇਹਦੇ ਹਿਸਾਬ ਨਾਲ ਚੱਲਣ। ਜੇਕਰ ਆਪਾਂ ਥੋੜੇ ਜਿਹੇ ਆਪਾਂ ਬੁੱਧੀ ਤੋਂ ਵਰਤੋਂ ਕਰੀਏ, ਅਸਲ ਦੇ ਵਿੱਚ ਸਾਨੂੰ ਆਪਣਾ ਧਿਆਨ ਰੱਖਣ ਦੀ ਲੋੜ ਹੈ। ਲੋਕਾਂ ਨੇ ਸਾਡੇ ਅਨੁਸਾਰ ਨਹੀਂ ਚੱਲਣਾ। ਜੇ ਤੁਸੀਂ ਸੋਚੋ ਕਿ ਦੁਨੀਆ ਤੁਹਾਡੇ ਅਨੁਸਾਰ ਚੱਲੇਗੀ, ਘਰ ਵਾਲੇ 5-7 ਜੀ ਆ, ਉਹ ਤੁਹਾਡੇ ਨਾਲ ਆਪਣਾ ਸੁਭਾਅ ਬਦਲਣ, ਕਿਸੇ ਨੇ ਨਹੀਂ ਬਦਲਣਾ। ਸਭ ਤੋਂ ਬੈਸਟ ਹੈ ਤੁਸੀਂ ਆਪਣੇ ਸੁਭਾਅ ਨੂੰ ਖੁਦ ਬਦਲੋ, ਉਹਦੇ ਨਾਲ ਤੁਹਾਨੂੰ ਬਹੁਤ ਫਰਕ ਪਊਗਾ। ਤੇ ਜੇ ਤੁਸੀਂ ਸੋਚੋ ਕਿ 5-6 ਜੀਆਂ ਨੂੰ ਬਦਲਿਆ ਜਾਵੇ, ਉਹ ਕਾਫੀ ਔਖਾ ਕੰਮ ਜੇ, ਉਹੀ ਇੱਕ ਹਿਸਾਬ ਦਾ ਮਨ ਨੂੰ ਪਰੇਸ਼ਾਨ ਕਰਨ ਵਾਲਾ ਹੀ ਕੰਮ ਜੇ। ਤੁਸੀਂ ਵਾਰ-ਵਾਰ ਉਹਨਾਂ ਨੂੰ ਕਹਿਣਾ ਵਾ, ਉਹਨਾਂ ਨੇ ਹਟਣਾ ਤੇ ਨਹੀਂ। ਉਹਦੇ ਨਾਲ ਵੀ ਮਨ ਦੇ ਅੰਦਰ ਜਿਹੜੀ ਆ ਫਾਲਤੂ ਦੀ ਕੰਪਨ ਪੈਦਾ ਹੁੰਦੀ ਹੈ। ਜਿਹੜੀ ਸਮਾਧੀ ਹੈ ਨਾ, ਸਮਾਧੀ ਦੇ ਵਿੱਚ ਹੁੰਦਾ ਕੀ ਆ ਕਿ ਸਮਾਧੀ ਦੇ ਵਿੱਚ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਕੇਵਲ ਸਾਨੂੰ ਆਪਣੇ ਆਪ ਦਾ ਗਿਆਨ ਪ੍ਰਾਪਤ ਹੁੰਦਾ ਹੈ। ਕਿ ਸਮਾਧੀ ਕੀ ਕਰਦੀ ਆ ਕਿ ਸਾਨੂੰ ਸੰਸਾਰ ਤੋਂ ਤੋੜ ਕੇ ਆਪਣੇ ਆਪ 'ਚ ਸਥਿਰ ਕਰਨ ਦੀ ਕੋਸ਼ਿਸ਼ ਕਰਦੀ ਹੈ, ਜਿਹੜਾ ਸਾਡਾ ਨਿੱਜ ਸਰੂਪ ਹੈ, ਜਿਹੜਾ ਅਸੀਂ ਹਾਂ। ਜਿੰਨਾ ਚਿਰ ਤੱਕ ਕਿ ਅਸੀਂ ਆਪਣੇ ਆਪ 'ਚ ਸਥਿਰ ਨਹੀਂ ਹੁੰਦੇ, ਉਹਨਾਂ ਚਿਰ ਤੱਕ ਜਿਹੜਾ ਸਾਡਾ ਜੀਵਨ ਹੈ ਨਾ, ਉਹਦੇ ਵਿੱਚ ਕੀ ਮਤਲਬ ਖਿੱਚਾ ਧੂਈ ਬਣੀ ਰਹਿੰਦੀ ਆ। ਕਿਤੇ ਆਪਾਂ ਸੱਜੇ ਬੰਨੇ ਜਾਂਦੇ ਹਾਂ, ਕਿਤੇ ਆਪਾਂ ਖੱਬੇ ਬੰਨੇ ਜਾਂਦੇ ਹਾਂ, ਔਰ ਬੈਲੈਂਸ ਨਹੀਂ ਕਰ ਪਾਉਂਦੇ।
ਔਰ ਤੁਰੀ ਅਵਸਥਾ ਜਦੋਂ ਆਪਾਂ ਨੂੰ ਪ੍ਰਾਪਤ ਹੋ ਜਾਂਦੀ, ਜਦੋਂ ਆਪਾਂ ਬਾਰ-ਬਾਰ ਸਮਾਧੀ 'ਚ ਜਾਂਦੇ ਹਾਂ, ਤੇ ਫਿਰ ਕੀ ਹੁੰਦਾ ਵਾ ਕਿ ਫਿਰ ਇੱਕ ਸਮਾਂ ਆਉਂਦਾ ਕਿ ਹੌਲੀ-ਹੌਲੀ ਜਿਹੜੀ ਸੁਰਤੀ ਆ, ਜਿਹੜੀ ਬਾਹਰ ਮੁਖੀ ਹੋ ਗਈ ਸੀ, ਜਿਹੜਾ ਮਨ ਨੂੰ ਵੀ ਬਾਹਰ ਲਈ ਜਾ ਰਹੀ ਸੀ, ਹੌਲੀ-ਹੌਲੀ ਕਰਕੇ ਆਪਣੇ ਆਪ ਦੇ ਵਿੱਚ ਸਥਿਰ ਹੋ ਜਾਂਦੀ ਹੈ। ਔਰ ਜਦੋਂ ਵੀ ਸਾਡੇ ਅੰਦਰ ਸਥਿਰ ਹੋ ਗਈ, ਉਸ ਦਿਨ ਤੋਂ ਬਾਅਦ ਅਸੀਂ ਸੰਸਾਰ ਦਾ ਅਸਲੀ ਰੂਪ ਦੇਖ ਸਕਦੇ ਹਾਂ। ਸਾਨੂੰ ਪਤਾ ਲੱਗ ਜਾਂਦਾ ਹੈ ਕਿ ਅਸੀਂ ਅੰਦਰੋਂ ਵੀ ਜਾਗ ਜਾਂਦੇ ਹਾਂ ਤੇ ਬਾਹਰੋਂ ਵੀ ਜਾਗ ਜਾਂਦੇ ਹਾਂ। ਔਰ ਉਸ ਅਵਸਥਾ ਦੇ ਵਿੱਚ ਭਾਵੇਂ ਸੰਸਾਰ 'ਚ ਕੁਝ ਵੀ ਹੋਵੇ ਤੇ ਉਹਦੇ ਨਾਲ ਸਾਡੇ ਜੀਵਨ ਦੇ ਉੱਪਰ ਕੋਈ ਪ੍ਰਭਾਵ ਨਹੀਂ ਪੈਂਦਾ। ਤੇ ਭਗਤੀ ਦਾ ਮਤਲਬ ਇਹੋ ਹੀ ਆ ਕਿ ਆਪਣੇ ਆਤਮ ਤੱਤ ਵਿੱਚ ਲੀਨ ਹੋ ਜਾਣਾ। ਜੋ ਸਾਡਾ ਜੀਵਨ ਹੈ, ਜੋ ਜੀਵਨ ਨੂੰ ਸਮਝਣ ਦੇ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ, ਅਸੀਂ ਇਹਨਾਂ ਵਿਚਾਰਾਂ ਨੂੰ ਖਤਮ ਕਰਕੇ ਭਗਤੀ ਦੀ ਮਦਦ ਨਾਲ, ਆਪਾਂ ਨਹੀਂ ਵਿਚਾਰਾਂ ਨੂੰ ਖਤਮ ਕਰ ਸਕਦੇ, ਇਹ ਤੇ ਭਗਤੀ ਦੇ ਨਾਲ ਆਪਣੇ ਆਪ ਹੀ ਖਤਮ ਹੋ ਜਾਂਦੇ। ਤੁਸੀਂ ਨਾਮ ਦਾ ਅਭਿਆਸ ਕੀਤਾ ਤੇ ਵਿਚਾਰ ਹੌਲੀ-ਹੌਲੀ ਘਟਦੇ ਜਾਣੇ। ਔਰ ਕੋਸ਼ਿਸ਼ ਕਰਿਆ ਕਰੋ ਦਿਨੇ ਵੀ ਜਦੋਂ ਵੀ ਮਨ ਦੇ ਅੰਦਰ ਤੁਹਾਨੂੰ ਹੋਸ਼ ਆ ਜੇ, ਪਤਾ ਲੱਗ ਜੇ ਕਿ ਮੈਂ ਕਿਸੇ ਫਾਲਤੂ ਗੱਲ 'ਚ ਉਲਝਿਆ ਹੋਇਆ ਹਾਂ, ਉਸੇ ਸਾਣੀ ਮਨ ਨੂੰ ਉਸ ਚੀਜ਼ ਤੋਂ ਤੋੜ ਦਿਆ ਕਰੋ। ਬਸ ਇਹ ਕਹਿ ਦਿਓ ਕਿ ਇਹ ਜਿਹੜੀ ਗੱਲ ਹੈ, ਇਹ ਮੇਰੇ ਪ੍ਰਮਾਤਮਾ ਦਾ ਹੁਕਮ ਹੈ। ਤੇ ਉਹਦੇ ਨਾਲ ਕੀ ਹੋਊਗਾ, ਹੌਲੀ ਕਰਕੇ ਤੁਹਾਡਾ ਮਨ ਹੈ ਜਿਹੜਾ, ਉਹ ਜਦੋਂ ਇੱਕ ਵਾਰੀ ਅਲੱਗ ਹੋਣਾ ਸ਼ੁਰੂ ਹੋਇਆ ਨਾ, ਤੇ ਫਟਕ ਦੀ ਇਹਨੇ ਕੀ ਕਰਨਾ ਕਿ ਬਹੁਤ ਸਾਰੀਆਂ ਫਾਲਤੂ ਚੀਜ਼ਾਂ ਦਾ ਤਿਆਗ ਕਰ ਦੇਣਾ। ਤੇ ਅੱਜ ਦੀ ਵਿਚਾਰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਠੀਕ ਹੈ ਜੀ? ਠੀਕ ਆ ਵੀਰ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਕਾਲ ਮੂਰਤ ਜੁਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਮੇਰ ਕਰ ਗਰੀਬ ਨਵਾਜ, ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਨੇ, ਭੁੱਲਾਂ ਹੋ ਗਈਆਂ ਨੇ। ਨਿਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ੋ ਮੇਰੇ ਪਿਤਾ। ਮੇਰ ਕਰੋ ਮਿਹਰਬਾਨ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ ਮੇਰੇ ਪਿਤਾ। ਦੇ ਨਿਰੋਗਤਾ ਬਖਸ਼ਣੀ, ਨਾਮਦਾਨ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਵਾਹਿਗੁਰੂ।